ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਦਿਜਬਰ ਖੇਡਾ ਸੋਇਰੀ ਦੁਰਗਾ ਭਗਤ ਵਿਸਾਲ। ਨਿਤ ਪ੍ਰਤ ਪੂਜਾ ਬਹੁ ਕਰੇ ਧਰੇ ਗਿਆਨ ਸਭ ਕਾਲ। ਦਿਜਬਰ ਖੇਡਾ ਸੋਇਰੀ ਦੁਰਗਾ ਭਗਤ ਵਿਸਾਲ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਰਸਨਾ ਵਾਂਝੀ ਨਾ ਰਹੇ। ਸਾਡੇ ਵੱਡੇ ਭਾਗ ਨੇ ਆਪਾਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆ ਕੇ ਬੈਠੇ ਹਾਂ। ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋਏ ਹੋ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਮਹਾਨ ਪਵਿੱਤਰ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਲੜੀਵਾਰ ਕਥਾ ਸਮਰੱਥ ਗੁਰੂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅਸੀਂ ਸਰਵਣ ਕਰ ਰਹੇ ਹਾਂ। ਸਭ ਸੰਗਤ ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇੱਕ ਕੋਹੜੀ ਆਇਆ ਜਿਹਦਾ ਨਾਮ ਪ੍ਰੇਮਾ ਸੀਗਾ। ਪ੍ਰੇਮਾ ਕੌੜੀ ਦੇ ਹੱਥ ਵੀ ਡਿੱਗ ਚੁੱਕੇ ਹਨ, ਪੈਰ ਵੀ ਗਲ ਕੇ ਡਿੱਗ ਚੁੱਕੇ ਹਨ, ਸਰੀਰ 'ਤੇ ਕੋਹੜ ਹੈ, ਸਰੀਰ ਦੀ ਅਵਸਥਾ ਬੜੀ ਬੁਰੀ ਹੈ। ਅਤੇ ਲਾਹੌਰ ਤੋਂ ਆਪਣੇ ਆਪ ਨੂੰ ਘਸੀੜਦਾ ਹੋਇਆ ਉਹ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਇਆ। ਸਤਿਗੁਰੂ ਜੀ ਦੇ ਦਰਬਾਰ ਦੇ ਬਾਹਰ ਬੈਠ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਗਿਆ ਕਛੋਟਾ ਲੱਧਾ ਗਾਏ। ਬਾਰ ਬਾਰ ਗਿਆ ਕਛੋਟਾ ਲੱਧਾ ਗਾਉਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਕਿਵੇਂ ਉਹਨੂੰ ਰਾਜੀ ਕੀਤਾ, ਇਹ ਕੱਲ੍ਹ ਆਪ ਜੀ ਨੇ ਕਥਾ ਸੁਣੀ ਜੀ। ਗੁਰੂ ਸਾਹਿਬ ਮਾਲਕ ਹਨ। ਵੱਡੇ ਵੱਡੇ ਜਿਹੜੇ ਰੋਗ ਹੈ ਉਹ ਗੁਰੂ ਜੀ ਦੀ ਕਿਰਪਾ ਨਾਲ ਦਇਆ ਦੇ ਨਾਲ ਦੂਰ ਹੋ ਜਾਂਦੇ ਆ ਜੀ। ਮੁਰਾਰੀ ਵਰਗਾ ਸੋਹਣਾ ਨਿਕਲਿਆ। ਸਤਿਗੁਰੂ ਜੀ ਕਹਿਣ ਲੱਗੇ ਤੇ ਸਾਡਾ ਮੁਰਾਰੀ ਹੈ। ਜਿੱਥੇ ਮਹਾਰਾਜ ਨੇ ਮੁਰਾਰੀ ਵਰਗਾ ਸੋਹਣਾ ਉਹਨੂੰ ਕੀਤਾ, ਉੱਥੇ ਨਾਲ ਉਸੇ ਦਿਨ ਮਹਾਰਾਜ ਨੇ ਉਹਦਾ ਵਿਆਹ ਵੀ ਕਰਾਇਆ। ਭਾਈ ਖੇਡਾ ਵਾਹਿਗੁਰੂ ਭਾਈ ਸ਼ੀਹਾਂ ਉੱਪਲ ਜੀ ਦੀ ਬੇਟੀ ਦੇ ਨਾਲ। ਸ਼ੀਹੇ ਉੱਪਲ ਦੀ ਪਤਨੀ ਨੇ ਕਿਹਾ ਮਹਾਰਾਜ ਇਹਦਾ ਕੋਈ ਮਾਂ ਪਿਓ ਨਹੀਂ ਹੈਗਾ। ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਸਾਡਾ ਪੁੱਤਰ ਹੈ। ਤੇਰੀ ਬੱਚੀ ਦਾ ਨਾਮ ਹੈ ਮੱਥੋ। ਰਹਿੰਦੀ ਦੁਨੀਆ ਤੱਕ ਮੱਥੋ ਤੇ ਮੁਰਾਰੀ ਦੀ ਜੋੜੀ ਜਿਹੜੀ ਉਹ ਪ੍ਰਸਿੱਧ ਰਹੇਗੀ। ਜਿਹੜਾ ਇਹਨਾਂ ਨੂੰ ਮਿਲੇਗਾ ਉਹਦਾ ਵੀ ਭਲਾ ਹੋ ਜਾਏਗਾ ਜੀ। ਬੜੇ ਮਹਾਨ ਵਰ
ਬੜੀਆਂ ਮਹਾਨ ਬਖਸ਼ਿਸ਼ਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਿੱਤੀਆਂ। ਉਹ ਕਥਾ ਤੁਸੀਂ ਕੱਲ੍ਹ ਸਰਵਣ ਕੀਤੀ ਹੈ। ਆਪਣੇ ਗ੍ਰਸਤੀ ਧਰਮ ਵਿੱਚ ਵੀ ਉਹ ਪੱਕੇ ਰਹੇ, ਉਹਦੇ ਨਾਲ ਨਾਲ ਬੜਿਆਂ ਨੂੰ ਉਹਨਾਂ ਨੇ ਗੁਰੂ ਘਰ ਦੇ ਨਾਲ ਜੋੜਿਆ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਕੋਈ ਰਸਨਾ ਬਾਂਝੀ ਨਾ ਰਹੇ, ਪਿਆਰ ਵਿੱਚ ਆਓ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰੋ, ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਭ ਮਹਾਰਾਜ। ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਜਬਰ ਖੇਡਾ ਸੋਇਰੀ, ਦੁਰਗਾ ਭਗਤ ਵਿਸਾਲ। ਹਾਂਜੀ। ਨਿਤ ਪ੍ਰਤ ਪੂਜਾ ਬਹੁ ਕਰੇ, ਧਰੇ ਗਿਆਨ ਸਭ ਕਾਲ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵਿਖੇ ਰਹਿਮਤਾਂ ਵਰਸਾ ਰਹੇ ਹਨ। ਇੱਕ ਦਿਜਬਰ ਬ੍ਰਾਹਮਣ ਥੱਲੜ ਦੇ ਸੱਟ ਦੀ ਇੱਕ ਬ੍ਰਾਹਮਣ ਹੈ ਜਿਹਦਾ ਨਾਮ ਹੈ ਖੇਡਾ ਸੋਇਨੀ। ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਕੀ ਨਾਮ ਹੈ? ਖੇਡਾ ਸੋਇਨੀ। ਖੇਡਾ ਸੋਇਨੀ ਇੱਕ ਬ੍ਰਾਹਮਣ ਹੈ ਔਰ ਉਹ ਦੁਰਗਾ ਦੇਵੀ ਦਾ ਬੜਾ ਵੱਡਾ ਭਗਤ ਹੈ ਜੀ। ਹਾਂਜੀ ਹਾਂਜੀ। ਚੌਪਈ ਨਰ ਸਮੁਦਾਇ ਮਿਲੈ ਢਿਗ ਆਵੈ, ਸ਼੍ਰੀ ਦੁਰਗਾ ਕੇ ਦਰਸ਼ਨ ਜਾਵੈ। ਉਹ ਹਰ ਰੋਜ਼ ਹੀ ਥੱਲੜ ਦੇ ਸੈੱਟ ਦਾ ਮਾਸਟਰ ਕੱਟ ਕਰ ਦੋ ਯਾਰਾ, ਕੀ ਕਰਦੇ ਹੋ? ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਹਰ ਰੋਜ਼ ਉਹ ਪੂਜਾ ਕਰਦਾ ਹੈ, ਦੇਵੀ ਦੀ ਪੂਜਾ ਕਰਦਾ ਹੈ ਤੇ ਹਰ ਸਮੇਂ ਉਹ ਗਿਆਨ ਧਾਰਨ ਕਰਕੇ ਰੱਖਦਾ ਜੀ। ਬਹੁਤ ਸਾਰੇ ਮਨੁੱਖ ਉਹਨੂੰ ਆ ਕੇ ਮਿਲਦੇ ਗਿਲਦੇ, ਕਿਉਂ ਪਿੰਡ ਵਿੱਚ ਭਗਤ ਹੈ ਜੀ ਉਹ, ਤੇ ਭਗਤ ਹੋਣ ਕਰਕੇ ਉਹਨੂੰ ਬਹੁਤ ਸਾਰੇ ਲੋਕ ਮਿਲਦੇ ਹੈ ਔਰ ਉਹ ਲੋਕਾਂ ਨੂੰ ਦੁਰਗਾ ਜੀ ਦੇ ਜਾਣ ਦੀ ਪ੍ਰੇਰਨਾ ਦਿੰਦਾ ਹੈ ਜੀ। ਸ਼੍ਰੀ ਦੁਰਗਾ ਕੇ ਦਰਸ਼ਨ ਜਾਵੈਂ, ਤੇ ਹਰ ਸਾਲ ਦੁਰਗਾ ਜੀ ਦੇ ਦਰਸ਼ਨ ਕਰਨ ਜਾਂਦਾ ਸੀਗਾ ਜੀ। ਹਾਂਜੀ। ਸੰਮਤ ਮਹਿ ਜੁਗ ਯਾਤਰਾ ਕਰਹੀ। ਹਰ ਸਾਲ ਵਿੱਚ 2 ਵਾਰ ਯਾਤਰਾ ਕਰਦਾ ਸੀਗਾ ਜੀ ਉਹ ਜੀ। 2 ਵਾਰ ਉਹਨੇ ਯਾਤਰਾ ਕਰਨੀ ਜੀ। ਹਾਂਜੀ। ਨਿਰਜਲ ਨਿਰਾਹਾਰ ਬ੍ਰਤ ਧਰਹੀ। ਫਿਰ ਉਹਦੀ ਬਿਰਤੀ ਸੀਗੀ ਜੀ ਖੇਡੇ ਸੋਇਰੇ ਦੀ। ਉਹਨੇ ਉਸ ਸਮੇਂ ਜਲ ਨਹੀਂ ਛਕਣਾ ਜੀ, ਪ੍ਰਸ਼ਾਦਾ ਵੀ ਨਹੀਂ ਛਕਣਾ, ਤੇ ਬੜੇ ਸੰਜਮ ਵਿੱਚ ਰਹਿ ਕੇ ਯਾਤਰਾ ਕਰਨੀ ਜੀ, ਵਰਤ ਰੱਖਣਾ ਜੀ ਉਹਨੇ। ਹਾਂਜੀ। ਇੱਕ ਬਾਰੀ ਯਾਤਰਾ ਕੋ ਚੱਲਿਓ। ਇੱਕ ਵਾਰ ਉਹ ਯਾਤਰਾ ਕਰਨ ਜਾ ਰਿਹਾ ਸੀਗਾ ਜੀ। ਹਾਂਜੀ। ਤਿਸਕੇ ਸੰਗ ਬ੍ਰਿੰਦ ਨਰ ਮਿਲਿਓ। ਤੇ ਕੁਝ ਮਨੁੱਖ ਉਹਦੇ ਨਾਲ ਮਿਲ ਗਏ ਜੀ। ਜਦੋਂ ਯਾਤਰਾ ਕਰਨ ਜਾ ਰਿਹਾ ਸੀ ਨਾ, ਕੁਝ ਬੰਦੇ ਉਹਦੇ ਨਾਲ ਰਲ ਗਏ ਜੀ। ਹਾਂਜੀ। ਚਲਤ ਪੰਥ ਮੈਂ ਗੁਰਪੁਰ ਆਵਾ। ਉਹ ਜਾ ਰਿਹਾ ਯਾਤਰਾ ਕਰਨ ਵੈਸ਼ਨੋ ਦੇਵੀ, ਤੇ ਚਲਦਿਆਂ ਚਲਦਿਆਂ ਰਸਤੇ ਵਿੱਚ ਗੋਇੰਦਵਾਲ ਸਾਹਿਬ ਆ ਗਿਆ ਜੀ। ਹਾਂਜੀ। ਦਰਸ਼ਨ ਕਰਬੇ ਕੋ ਲਲਚਾਵਾ। ਚੰਗਾ ਬੰਦਾ ਸੀਗਾ, ਗੁਰੂ ਸਾਹਿਬ ਜੀ ਦਾ ਜਸ ਸੁਣਿਆ ਸੀਗਾ, ਤੇ ਚੰਗਿਆਂ ਦਾ ਮਨ ਚੰਗੀ ਗੱਲ ਹੀ ਕਹਿੰਦਾ ਜੀ। ਉਹਦੇ ਮਨ ਵਿੱਚ ਆਇਆ ਵੀ ਮੈਂ ਗੁਰੂ ਜੀ ਦੀ ਸਿਫਤ ਬੜੀ ਸੁਣੀ ਹੈ ਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੀ ਕਰਦਾ ਹੋਇਆ ਜਾਵਾਂ। ਹਾਂਜੀ। ਭਇਓ ਠਾਂਡ ਜਬ ਗੁਰ ਕੇ ਦੁਆਰੇ। ਹਾਂਜੀ। ਤਬ ਸਿੱਖਿਅਨ ਇਮਬਾਕ ਉਚਾਰੇ। ਜਦੋਂ ਉਹ ਅੰਦਰ ਆਇਆ ਦਰਸ਼ਨ ਕਰਨ ਵਾਸਤੇ, ਹੋਰ ਅੰਦਰ ਚੱਲਾ, ਤੇ ਗੁਰੂ ਸਾਹਿਬ ਦੇ ਸਿੱਖਾਂ ਨੇ ਉਸ ਬ੍ਰਾਹਮਣ ਨੂੰ ਇੰਝ ਆਖਿਆ, ਗੁਰ ਆਗਿਆ ਕੋ ਸੁਨਬੋ ਕਰੀਐ ਹੈ, ਬਾਹਰ ਨਿਕੇਤ ਪੌਰ ਮਹਿ ਬਰੀਐ ਹੈ। ਕਹਿਣ ਲੱਗੇ ਬ੍ਰਾਹਮਣ ਜੀ ਦਰਸ਼ਨ ਕਰ ਲੋ, ਪਰ ਦਰਸ਼ਨ ਕਰਨ ਤੋਂ ਪਹਿਲਾਂ ਗੁਰੂ ਜੀ ਦਾ ਹੁਕਮ ਸੁਣ ਲਓ।
ਜੇ ਤੁਹਾਨੂੰ ਦਰਸ਼ਨ ਕਰਨੇ ਆ ਜੇ ਤੁਸੀਂ, ਤੇ ਤੁਹਾਨੂੰ ਉਹ ਹੁਕਮ ਮੰਨਣਾ ਪਏਗਾ। ਹਾਂਜੀ। ਪ੍ਰਥਮ ਦੇਗ ਤੇ ਅਚਵਹ ਜਾਏ, ਪੀਛੇ ਗੁਰ ਦਰਸ਼ਨ ਕੋ ਪਾਏ। ਪਹਿਲਾਂ ਤੁਹਾਨੂੰ ਲੰਗਰ ਵਿੱਚ ਜਾ ਕੇ ਭੋਜਨ ਛਕਣਾ ਪਏਗਾ। ਪਹਿਲੇ ਪੰਗਤ, ਪਾਛੇ ਸੰਗਤ। ਪਹਿਲਾਂ ਲੰਗਰ ਵਿੱਚ ਜਾ ਕੇ ਭੋਜਨ ਛਕੋ, ਪ੍ਰਸ਼ਾਦਾ ਛਕੋ। ਹਾਂਜੀ। ਪੀਛੇ ਗੁਰ ਕੋ ਦਰਸ਼ਨ ਪਾਏ, ਸੁਨ ਕਰ ਖੇਡੇ ਕੀਨ ਵਿਚਾਰਨ, ਮੈਂ ਕਿਮ ਕਰਹੁ ਨੇਮ ਨਿਵਾਰਨ। ਹੁਣ ਉਹ ਬੜਾ ਨੇਮੀ ਹੈ ਜੀ। ਤੁਸੀਂ ਸੁਣਿਆ ਨਾ, ਜਦੋਂ ਉਹ ਯਾਤਰਾ ਕਰਦਾ ਤੇ ਰਸਤੇ 'ਚ ਜਲ ਵੀ ਨਹੀਂ ਛਕਦਾ ਜੀ, ਕਿਤੇ ਜੀ ਪ੍ਰਸ਼ਾਦਾ ਵੀ ਨਹੀਂ ਛਕਦਾ। ਉਹਦਾ ਨੇਮ ਹੈ ਜੀ। ਖੇਡਾ ਸੋਹਿਰਾ ਸੋਚ ਰਿਹਾ, ਮੈਂ ਆਪਣਾ ਨੇਮ ਕਿਵੇਂ ਛੱਡਾਂ। ਹਾਂਜੀ। ਸੋਚ ਕਰ ਕਰੋ ਆਹਾਰ ਹਮੇਸ਼ੂ, ਗੁਰ ਕੀ ਦੇਗ ਵਿਸ਼ੇਸ਼ ਅਵੇਸ਼ੂ। ਨਾਲੇ ਮੈਂ ਸੁਚਤਾ ਦੇ ਨਾਲ ਤਿਆਰ ਕੀਤਾ ਪ੍ਰਸ਼ਾਦਾ ਛਕਦਾ। ਬਹੁਤਾ ਆਪ ਹੀ ਉਹ ਤਿਆਰ ਕਰਦਾ ਸੀਗਾ। ਤੇ ਗੁਰੂ ਕੇ ਲੰਗਰ ਵਿੱਚ ਤੇ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਹੈ। ਉਹ ਪਤਾ ਨਹੀਂ ਕਿਹੋ ਜਿਹੇ ਬੰਦੇ ਕਿਵੇਂ ਬਣਾਉਂਦੇ ਆ ਲੰਗਰ। ਹਾਂਜੀ। ਆਸ਼ਰਮ ਬਰਨ ਨੇਮ ਵਿਵਹਾਰ, ਗੁਰ ਕੋ ਮਿਲੈ ਸਕਲ ਨਿਰਵਾਰ। ਉਹਨੇ ਇਹ ਤੇ ਸੁਣਿਆ ਸੀ ਵੀ ਮਹਾਰਾਜ ਬੜੇ ਵੱਡੇ ਆ, ਆਪ ਰੱਬ ਹੈ। ਪਰ ਉਹ ਇਸ ਗੱਲ ਦੀ ਵਿਚਾਰ ਕਰਦਾ ਵੀ ਜਾਤ ਪਾਤ, ਆਸ਼ਰਮ, ਵਰਨ, ਮਰਿਆਦਾ, ਗੁਰੂ ਜੀ ਨੇ ਸਾਰਾ ਕੁਝ ਛੱਡ ਕੇ ਇੱਕ ਪੰਗਤ ਵਿੱਚ ਬਿਠਾਉਂਦੇ ਮਹਾਰਾਜ ਸਾਰਿਆਂ ਨੂੰ। ਹਾਂਜੀ। ਐਸਾ ਕੋ ਬੜ ਪ੍ਰੇਮੀ ਹੋਏ, ਗੁਰ ਹਿਤ ਰਖੈ ਅਪਰ ਸਭ ਖੋਏ। ਹੁਣ ਕੋਈ ਵੱਡਾ ਪ੍ਰੇਮੀ ਹੋਏਗਾ ਜਿਹੜਾ ਇਹ ਨੇਮ ਛੱਡ ਕੇ ਗੁਰੂ ਜੀ ਦੇ ਦਰਸ਼ਨ ਕਰੇਗਾ ਜੀ। ਭਾਵ ਪਹਿਲਾਂ ਪ੍ਰਸ਼ਾਦਾ ਛਕੇਗਾ, ਫਿਰ ਮਹਾਰਾਜ ਦੇ ਦਰਸ਼ਨ ਕਰੇਗਾ। ਖੇਡਾ ਸਹੁਰੀ ਤੇ ਛੱਛੋਪਨ ਵਿੱਚ ਪੈ ਗਿਆ ਜੀ। ਮੈਂ ਆਪਣਾ ਨੇਮ ਕਿਵੇਂ ਛੱਡਾਂ। ਹਾਂਜੀ। ਦੁਰਲਭ ਬਰਨ ਸੋ ਆਸ਼ਰਮ ਧਰਮ, ਨਹਿ ਤਜ ਸਕੋ ਸਹਿਤ ਜਗ ਸ਼ਰਮ। ਕਹਿਣ ਲੱਗਾ ਮੇਰਾ ਦੁਰਲਭ ਵਰਣ ਹੈ, ਬ੍ਰਾਹਮਣ ਆ ਮੈਂ। ਇੱਕ ਤੇ ਮੈਂ ਆਪ ਤਿਆਰ ਕੀਤਾ ਛਕਦਾ, ਦੂਜਾ ਮੈਂ ਪਤਾ ਨਹੀਂ ਕਿਹੜੀ ਜਾਤ ਹੈ, ਕਿਵੇਂ ਹੈ, ਉਹਨਾਂ ਵਿੱਚ ਬੈਠ ਕੇ ਕਿਵੇਂ ਛਕਾਂ। ਮੈਂ ਆਪਣਾ ਧਰਮ ਕਿਵੇਂ ਛੱਡ ਦਿਆਂ। ਕਹਿਣ ਲੱਗਾ। ਹਾਂਜੀ। ਇਮ ਉਰ ਤਰਕਤ ਹਟ ਸੋ ਰਹਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਭਾਗਾਂ ਦੀ ਖੇਡ ਵੇਖ ਲੋ। ਗੋਇੰਦਵਾਲ ਸਾਹਿਬ ਪਹੁੰਚਿਆ, ਪਰ ਇਹ ਵਿਚਾਰ ਮਨ ਵਿੱਚ ਆ ਗਈ ਤੇ ਵਾਪਸ ਆ ਗਿਆ ਜੀ। ਉਹ ਜੀ ਮੈਂ ਮਹਾਰਾਜ ਦੇ ਦਰਸ਼ਨ ਨਹੀਂ ਕਰਨੇ। ਇਹ ਕਰਮਾਂ ਦੀ ਕੋਈ ਤੈਅ ਹੁੰਦੀ ਹੈ ਜੀ ਅੱਗੇ। ਹਾਂਜੀ। ਅੰਤਰ ਗਇਓ ਨਾ ਦਰਸ਼ਨ ਲਹਿਓ, ਅੰਦਰ ਨਹੀਂ ਗਿਆ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕੀਤੇ ਜੀ ਉਹਨੇ। ਗਮਨਿਓ ਪੰਥ ਅਗਾਰੀ ਫੇਰ, ਅੱਗੇ ਤੁਰ ਪਿਆ ਜੀ। ਹਾਂਜੀ। ਲਿਓ ਸੰਗ ਮੈਂ ਸੰਗ ਬਡੇਰ। ਆਪਣੇ ਸੰਗੀਆਂ ਦੇ ਵਿੱਚ ਜਾ ਕੇ ਰਲ ਗਿਆ। ਸੰਗ ਹੀ ਲੈ ਕੇ ਜਾਂਦਾ ਸੀਗਾ ਪੂਰਾ ਜੀ। ਸੰਗੀਆਂ ਵਿੱਚ ਜਾ ਕੇ ਰਲ ਗਿਆ। ਹਾਂਜੀ। ਗੋਇੰਦਵਾਲ ਤਜਿਓ ਦੋਏ ਕੋਸ, ਜਾਏ ਕਰਿਓ ਡੇਰਾ ਸ਼ਰਮ ਹੋਸ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੋਇੰਦਵਾਲ ਸਾਹਿਬ ਛੱਡ ਕੇ 2 ਕੋ ਪਹੁੰਚਿਆ ਜੀ। ਅੱਗੇ ਚਲੇ ਗਿਆ 2 ਕੋ। ਉੱਥੇ ਜਾ ਕੇ ਸਾਰੇ ਡੇਰੇ ਨੇ ਆਸਣ ਲਾ ਲਿਆ ਜੀ। ਭਾਵ ਆਰਾਮ ਕਰਨ ਲੱਗ ਪਏ ਜੀ। ਸਾਰੀਆਂ ਫੌਜਾਂ ਵਾਹਿਗੁਰੂ ਇਹਨਾਂ ਦੇ ਨਾਲ ਦੇ ਸੰਗੀ ਸਾਥੀ। ਹਾਂਜੀ। ਖਾਨ ਪਾਨ ਕਰਕੇ ਜਬ ਸੋਇਓ, ਉੱਥੇ ਆਪ ਬਣਾਇਆ ਸਾਰਾ ਕੁਝ ਜੀ। ਤੇ ਖਾਣ ਪਾਣ ਕਰਕੇ ਜਦੋਂ ਸਾਰੇ ਆਰਾਮ ਕਰਨ ਲੱਗ ਪਏ, ਇਹ ਬ੍ਰਾਹਮਣ ਵੀ ਆਰਾਮ ਕਰਨ ਲੱਗ ਪਿਆ ਜੀ। ਹਾਂਜੀ। ਮਹਾ ਭਿਆਨਕ ਸੁਪਨੋ ਹੋਇਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਸੁੱਤੇ ਪਏ ਨੂੰ ਪਤਾ ਕੀ ਵੇਖਦਾ ਜੀ? ਬਹੁਤ ਡਰਾਉਣਾ ਸੁਪਨਾ ਜੀ। ਸੁੱਤੇ ਨੂੰ ਡਰਾਉਣਾ ਸੁਪਨਾ ਆਉਂਦਾ ਜੀ। ਤੇ ਜਦੋਂ ਡਰਾਉਣਾ ਸੁਪਨਾ ਆਵੇ ਨਾ, ਵੱਡੇ ਵੱਡੇ ਡਰ ਜਾਂਦੇ ਜੀ। ਹਾਂਜੀ। ਦਾਰੁਨ ਰੂਪ ਕਾਲਕਾ ਹੇਰ। ਕੀ ਵੇਖਿਆ ਜੀ? ਕਾਲਕਾ ਦੇਵੀ ਦੇ ਦਰਸ਼ਨ ਹੋਏ ਤੇ ਦੇਵੀ ਦਾ ਬੜਾ ਹੀ ਭਿਆਨਕ ਰੂਪ ਹੈ ਜੀ। ਤੇ ਦੇਵੀ ਖੇਡੇ ਸੋਹਰੇ ਤੇ ਨਾਰਾਜ਼ ਹੈ ਜੀ। ਹਾਂਜੀ। ਤਰਾਸ ਪਾਏ ਕਰ ਬੋਲਿਓ ਹੇਰ। ਇਹ ਸੁਪਨੇ ਦੇ ਵਿੱਚ ਹੀ ਬੋਲ ਰਿਹਾ ਜੀ, ਡਰਦਾ ਜੀ।
ਹਾਂਜੀ। हे ਮਾਤਾ ਮੈਂ ਭਗਤ ਤੁਮਹਾਰਾ। ਹੇ ਮਾਤਾ ਜੀ, ਮੈਂ ਤੇ ਤੁਹਾਡਾ ਭਗਤ ਹੈਗਾ, ਸੁਪਨਾ ਚੱਲ ਰਿਹਾ ਜੀ। ਹਾਂਜੀ। ਕਰੂਰ ਜੋਗਨੀ ਮੋਹਿ ਪਰਵਾਰਾ। ਗੱਜ ਕੇ ਆਖੋ ਵਾਹਿਗੁਰੂ। ਤੇ ਮੈਨੂੰ ਇੰਨਾ ਭਿਆਨਕ ਸਰੂਪ ਦੇ ਤੁਸੀਂ ਦਰਸ਼ਨ ਕਰਾ ਰਹੇ ਹੋ। ਹਾਂਜੀ। ਇਨ ਤੇ ਰੱਛਾ ਮੇਰੀ ਕਰੀਐ ਹੈ। ਨਾਲੇ ਇਹਨੇ ਸੁਪਨੇ 'ਚ ਵੀ ਬੇਨਤੀ ਕੀਤੀ ਹੈ, ਕਹਿੰਦਾ ਮੇਰੀ ਰੱਖਿਆ ਕਰੋ। ਤੇ ਉੱਠ ਕੇ ਵੀ ਮਾਤਾ ਦੇ ਅੱਗੇ ਬੇਨਤੀਆਂ ਕਰਦਾ, ਦੇਵੀ ਅੱਗੇ ਮੇਰੀ ਰੱਖਿਆ ਕਰੋ। ਇਹ ਜੋਗਨੀਆਂ ਦੇ ਦਰਸ਼ਨ ਹੋਏ ਆ ਮੈਨੂੰ। ਹਾਂਜੀ। ਨਹਿ ਭਖ ਹੈ ਸਗਰੀ ਨਿਰਵਰੀਐ ਹੈ। ਇੰਜ ਲੱਗਦਾ ਜਿਵੇਂ ਦੇਵੀ ਮੇਰੇ ਤੇ ਨਾਰਾਜ਼ ਹੈ। ਸੁਪਨੇ ਵਿੱਚ ਉਹਨੂੰ ਐ ਮਹਿਸੂਸ ਹੋਇਆ ਜਿਵੇਂ ਜੋਗਨੀਆਂ ਆਈਆਂ, ਉਹਨੇ ਜੋਗਨੀਆਂ ਨੇ ਇਹਨੂੰ ਖਾ ਜਾਣਾ ਜੀ। ਹਾਂਜੀ। ਕੌਣ ਦੋਸ਼ ਮੋਰੋ ਅਸ ਜੋਵਾ। ਹੁਣ ਬੰਦਾ ਸੋਚਦਾ ਜੀ, ਧਾਰਮਿਕ ਬੰਦਾ ਸੋਚਦਾ ਜੀ, ਜੇ ਕੁਝ ਉਹਦੇ ਨਾਲ ਮਾੜਾ ਕੰਮ ਹੋਵੇ ਨਾ, ਤੇ ਧਾਰਮਿਕ ਬੰਦਾ ਸੋਚਦਾ ਵੀ ਮੇਰੀ ਕਿੱਥੇ ਗਲਤੀ ਹੈ। ਆਮ ਬੰਦਾ ਨਹੀਂ ਸੋਚਦਾ, ਆਮ ਬੰਦਾ ਨਹੀਂ ਸੋਚਦਾ ਜੀ, ਧਾਰਮਿਕ ਬੰਦਾ ਸੋਚਦਾ ਜੀ। ਉਹ ਸੋਚਦਾ ਵੀ ਮੇਰਾ ਕਿੱਥੇ ਦੋਸ਼ ਹੈ। ਇਸੇ ਤਰ੍ਹਾਂ ਖੇਡਾ ਸਹੁਰੀ ਸੋਚਣ ਦਿਆ ਕਿ ਮੇਰੇ ਕੋਲੋਂ ਕਿੱਥੇ ਗਲਤੀ ਹੋ ਗਈ ਹੈ। ਹਾਂਜੀ। ਜਿਸ ਤੇ ਤਰਾਸਕ ਦਰਸ਼ਨ ਹੋਵਾ। ਜਿਸ ਕਰਕੇ ਮੈਨੂੰ ਐਸੇ ਡਰਾਉਣੇ ਰੂਪ ਦੇ ਦਰਸ਼ਨ ਹੋਏ ਆ। ਹਾਂਜੀ। ਸੁਪਨੇ ਮਹਿ ਤਿਸ ਕੋ ਸਮਝਾਇਓ। ਹਾਂਜੀ। ਹੁਤੋ ਭਗਤ ਤਬ ਦਰਸ਼ਨ ਪਾਇਓ। ਗੱਜ ਕੇ ਆਖੋ ਵਾਹਿਗੁਰੂ। ਤੇ ਸੁਪਨੇ ਵਿੱਚ ਜਦੋਂ ਇਹਨੇ ਬੇਨਤੀਆਂ ਕੀਤੀਆਂ ਨਾ, ਤੇ ਸੁਪਨੇ ਵਿੱਚ ਹੀ ਮਾਤਾ ਨੇ ਇੱਕ ਗੱਲ ਆਖੀ ਜੀ ਇਹਨੂੰ ਜੀ, ਦੇਵੀ ਨੇ ਕੀ ਆਖਿਆ? ਕਹਿਣ ਲੱਗੇ ਤੂੰ ਮੇਰਾ ਭਗਤ ਹੈ ਤਾਂ ਤੈਨੂੰ ਮੈਂ ਦਰਸ਼ਨ ਦੇ ਰਹੀ ਹਾਂ। ਕਾਲਕਾ ਦੇਵੀ ਸੁਪਨੇ 'ਚ ਦਰਸ਼ਨ ਦੇ ਕੇ ਕਹਿ ਰਹੀ ਹੈ, ਸਤਿਗੁਰ ਤੇ ਬੇਮੁਖ ਹੋਏ ਆਵਾ। ਤੂੰ ਮੇਰਾ ਭਗਤ ਹੈ ਤਾਂ ਤੈਨੂੰ ਸੁਪਨੇ 'ਚ ਦਰਸ਼ਨ ਦੇ ਰਹੀ ਹਾਂ, ਪਰ ਤੂੰ ਗੁਰੂ ਤੋਂ ਬੇਮੁਖ ਹੋ ਕੇ ਵਾਪਸ ਆ ਗਿਆ। ਹਾਂਜੀ। ਜਾਂ ਤੇ ਤੋਹੇ ਤਰਾਸ ਦਰਸਾਵਾ। ਇਸ ਕਰਕੇ ਤੈਨੂੰ ਇਸ ਰੂਪ ਦੇ ਦਰਸ਼ਨ ਦੇ ਰਹੀ ਹੈ। ਗੱਜ ਕੇ ਆਖੋ ਤੈਨੂੰ ਤਾਂ ਡਰਾਇਆ, ਤੂੰ ਗੁਰੂ ਤੋਂ ਬੇਮੁਖ ਹੋ ਕੇ ਆ ਗਿਆ। ਹਾਂਜੀ। ਮੋਹੇ ਭਗਤ ਕਰ ਬੇਫਲ ਇਹੋ ਹੈ। ਮੇਰੀ ਭਗਤੀ ਕਰਨ ਦਾ ਫਲ ਇਹੋ ਹੀ ਹੈ। ਹਾਂਜੀ। ਸ਼ਰਧਾ ਯੁਤ ਗੁਰ ਦਰਸ਼ਨ ਲਹ ਹੈ। ਕੀ ਗੁਰੂ ਦੇ ਘਰ ਪਹੁੰਚ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਮੇਰੀ ਭਗਤੀ ਕਰਦਾ, ਜਿਸ ਦੀ ਭਗਤੀ ਤੇ ਮੈਂ ਖੁਸ਼ ਹੁੰਨੀ ਆ, ਦੇਵੀ ਜੀ ਕਹਿਣ ਲੱਗੇ ਉਹਨੂੰ ਮੈਂ ਗੁਰੂ ਦੇ ਘਰ ਭੇਜ ਦੇਣੀ ਹੈ। ਤੇ ਬਿਲਕੁਲ ਗੱਲ ਸੱਚੀ ਹੈ ਜੀ, 100% ਸੱਚੀ ਹੈ ਜੀ। ਬਹੁਤ ਸਾਰੇ ਹਿੰਦੂ ਵੀਰ ਜਿਹੜੇ ਮਨੋ ਤਨੋ ਦੇਵੀ ਨੂੰ ਮੰਨਦੇ ਨਾ ਜੀ, ਧਰਮ ਪ੍ਰਸਤ ਨਹੀਂ, ਫਿਰਕਾ ਪ੍ਰਸਤ ਲੋਕ ਨਹੀਂ, ਜਿਹੜੇ ਭਗਤ ਹੈਗੇ ਆ ਜੀ, ਇਸ ਜਨਮ ਵਿੱਚ ਨਹੀਂ ਤੇ ਅਗਲੇ ਜਨਮ 'ਚ ਉਹ ਮੁੜ ਘੁੜ ਕੇ ਗੁਰੂ ਘਰ ਹੀ ਆਉਂਦੇ ਆ ਜੀ। ਉਹਨਾਂ ਨੂੰ ਫਲ ਮਿਲਦਾ ਜੀ। ਕੋਈ ਬੱਚਾ ਕਿਸੇ ਜਮਾਤ ਵਿੱਚ ਸਾਧ ਸੰਗਤ ਜੀ ਪੜ੍ਹ ਰਿਹਾ ਹੈ, ਸਮੇਂ ਦੇ ਨਾਲ ਉਹਨੇ ਅਗਲੀ ਜਮਾਤ 'ਚ ਆਪੇ ਜਾਣਾ, ਟੀਚਰ ਆਪੇ ਉਹਨੂੰ ਤੋਰਦੇ ਜੀ। ਦੇਵੀ ਕਹਿਣ ਲੱਗੀ ਮੈਂ ਆਪ ਤੈਨੂੰ ਉਸ ਪਾਸੇ ਤੋਰਿਆ ਸੀਗਾ ਤੇ ਤੂੰ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਆ ਗਿਆ। ਹਾਂਜੀ। ਨਾਹੇ ਤਾਂ ਮੇਰੀ ਭਗਤ ਨਾ ਪਾਵੈ। ਗੁਰ ਤੇ ਬੇਮੁਖ ਹੋਏ ਦਰਸਾਵੈ। ਚੱਲ ਸ਼ਰਧਾ ਧਾਰ ਜਾ ਕੇ ਤੇ ਵਾਪਸ ਜਾ ਗੋਇੰਦਵਾਲ ਸਾਹਿਬ ਤੇ ਗੁਰੂ ਜੀ ਦੇ ਦਰਸ਼ਨ ਕਰ ਜਾ ਕੇ। ਗੱਜ ਕੇ ਆਖੋ ਵਾਹ। ਵੇਖੋ ਅਸੀਂ ਕਿੰਨੇ ਵੱਡੇ ਭਾਗਾਂ ਵਾਲੇ ਆ, ਸਾਨੂੰ ਇੱਧਰ ਉੱਧਰ ਭਟਕਣਾ ਨਹੀਂ ਪਿਆ, ਸਿੱਧੇ ਹੀ ਗੁਰੂ ਜੀ ਦੇ ਚਰਨਾਂ 'ਚ ਆ ਗਏ ਜੀ। ਆ ਭੈਣ ਜੀ ਇੱਥੇ ਬੈਠੇ ਆ, ਹਿੰਦੂ ਪਰਿਵਾਰ ਦੇ ਆ ਜੀ, ਔਰ ਕਈ ਸਾਲ ਹੋ ਗਏ ਆ, ਪ੍ਰੇਮ ਨਾਲ ਆਉਂਦੇ ਆ, ਰੋਜ਼ ਸ਼ਾਮ ਨੂੰ ਬਹਿ ਕੇ ਕਥਾ ਸੁਣਦੇ ਆ। ਇਹ ਮੈਨੂੰ ਇੱਕ ਦਿਨ ਗੱਲ ਕਹਿਣ ਲੱਗੇ, ਕਹਿੰਦੇ ਮੈਂ ਸੱਚ ਦੱਸਦੀ ਆ, ਮੈਂ ਜਾਣੀ ਆ ਸਤਸੰਗ ਵਿੱਚ ਜਿਹੜੇ ਹਿੰਦੂ ਧਰਮ ਦੇ ਹੁੰਦੇ ਆ, ਮੈਂ ਉਹਨਾਂ ਸਤਸੰਗ ਵਿੱਚ ਜਾਣੀ ਆ, ਪਰ ਮੈਨੂੰ ਇਉਂ ਹੀ ਲੱਗਦਾ ਜਿਵੇਂ ਗੁਰੂ ਨਾਨਕ ਸਾਹਿਬ ਦਾ ਹੀ ਨਾਮ ਲੈ ਰਹੇ ਆ ਸਾਰੇ ਜੀ।
ਦਰਬਾਰ ਸਾਹਿਬ ਦੇ ਨੇਮੀ ਬਣ ਗਏ ਜੀ। ਹੁਣ ਕੀ ਹੈ, ਕੋਈ ਦੇਵੀ ਦੇਵਤਾ ਖੁਸ਼ ਹੋਇਆ, ਕੋਈ ਭਾਗ ਜਾਗ ਪਏ, ਇਹ ਗੁਰੂ ਘਰ ਵਿੱਚ ਆ ਗਏ ਜੀ। ਸਾਰਿਆਂ ਤੇ ਕਿਰਪਾ ਨਹੀਂ ਹੁੰਦੀ, ਜਿਹੜਾ ਭਗਤ ਹੁੰਦਾ ਉਹਦੇ ਤੇ ਕਿਰਪਾ ਹੁੰਦੀ ਜੇ। ਗੱਜ ਕੇ ਆਖੋ ਵਾਹਿਗੁਰੂ। ਦੇਵੀ ਜੀ ਕਹਿਣ ਲੱਗੇ ਚੱਲ ਵਾਪਸ ਜਾ ਕੇ ਦਰਸ਼ਨ ਕਰ, ਨਹੀਂ ਤੇ ਤੈਨੂੰ ਮੇਰੀ ਭਗਤੀ ਕਰਨ ਦਾ ਕੋਈ ਫਲ ਨਹੀਂ ਮਿਲਿਆ। ਜੇ ਤੂੰ ਉੱਥੋਂ ਵਾਪਸ ਆ ਗਿਆ ਨਾ, ਫਿਰ ਤੈਨੂੰ ਭਗਤੀ ਦਾ ਕੋਈ ਫਲ ਨਹੀਂ ਮਿਲਿਆ। ਹਾਂਜੀ। ਜਗਤ ਉਧਾਰਨ ਹਿਤ ਅਵਤਾਰ। ਸੁਪਨੇ 'ਚ ਦੇਵੀ ਜੀ ਸਮਝਾ ਰਹੇ ਐ, ਕਹਿੰਦੇ ਦੁਰਗਾ, ਦੁਰਗਾ ਸੌਰੀ ਨਾਮ ਹੈ ਨਾ ਉਹਦਾ। ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ। ਖੇਡਾ ਸੋਇਰੀ, ਕਹਿੰਦੇ ਖੇਡਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਨ ਵਾਸਤੇ ਆਏ ਆ। ਹਾਂਜੀ। ਭਗਤ ਰੂਪ ਹੋਏ ਰਹਿਤ ਉਦਾਰ। ਭਗਤੀ ਦਾ ਰੂਪ ਨੇ ਤੇ ਦਾਨਸ਼ੀਲ ਨੇ, ਹਮੇਸ਼ਾ ਦਾਨ ਦਿੰਦੇ ਆ, ਦੂਜਿਆਂ ਨੂੰ ਵੀ ਦਾਨ ਦਿੰਦੇ ਆ। ਹਾਂਜੀ। ਲੱਖੋਂ ਲੋਕ ਸੁਮਤ ਕੋ ਪਾਏ। ਉਹਨਾਂ ਕੋਲੋਂ ਲੱਖਾਂ ਲੋਕਾਂ ਨੇ ਸੁਮਤ ਪ੍ਰਾਪਤ ਕੀਤੀ ਹੈ। ਹਾਂਜੀ। ਸਿੱਖੀ ਮਾਰਗ ਕੋ ਪ੍ਰਗਟਾਏ। ਉਹਨਾਂ ਨੇ ਸਿੱਖੀ ਦਾ ਰਸਤਾ ਪ੍ਰਗਟ ਕੀਤਾ, ਤੇ ਜਿਹੜਾ ਉਹਨਾਂ ਦੇ ਦਰਸ਼ਨ ਕਰਦਾ ਉਹਦਾ ਭਲਾ ਹੁੰਦਾ ਹੈ। ਦੁਰੇ ਰਹੈ ਪ੍ਰਭ ਕੇ ਅਵਤਾਰ। ਦੁਰੇ ਰਹੇ ਪ੍ਰਭ ਕੇ ਅਵਤਾਰ। ਖੁਦ ਦੇਵੀ ਜੀ ਮਹਾਰਾਜ ਜੀ ਦੀ ਸਿਫਤ ਕਰ ਰਹੇ, ਕਹਿਣ ਲੱਗੇ ਖੇਡਾ ਗੁਰੂ ਅਮਰਦਾਸ ਸਾਹਿਬ ਲੁਕੇ ਹੋਏ ਨੇ। ਗੱਜ ਕੇ ਆਖੋ ਵਾਹਿਗੁਰੂ। ਪਰ ਹੈ ਆਪ ਮਾਲਕ, ਆਪ ਰੱਬ ਪਰਮੇਸ਼ਰ ਨੇ ਉਹ। ਹਟ ਅਬ ਮਿਲਹੁ ਭਰਮ ਨਿਰਵਾਰ। ਸਾਰੇ ਭਰਮ ਛੱਡ ਦੇ, ਭਰਮ ਛੱਡ ਦੇ ਤੇ ਗੁਰੂ ਸਾਹਿਬ ਦੇ ਕੋਲ ਜਾ, ਵਾਪਸ ਜਾ। ਹਾਂਜੀ। ਸੁਨ ਸੁਪਨੇ ਮੈਂ ਬੰਧਨ ਕੀਨ। ਹੁਣ ਇਹ ਸੁਪਨੇ ਦੇ ਵਿੱਚ ਇੱਕ ਤਾਂ ਹੁੰਦਾ ਆਮ ਸੁਪਨਾ ਆਉਣਾ, ਕਈ ਵਾਰੀ ਸੁਪਨੇ ਵਿੱਚ ਪਿਆਰਿਓ ਕਈ ਘਟਨਾਵਾਂ ਹੋ ਜਾਂਦੀਆਂ, ਸਾਨੂੰ ਚੇਤਾ ਭੁੱਲ ਜਾਂਦੀਆਂ ਜੀ। ਕਈ ਵਾਰੀ ਸੁਪਨੇ 'ਚ ਕੁਝ ਸੀਨ ਨਜ਼ਰ ਆਉਂਦੇ ਆ ਜਿਹੜੇ ਅਸੀਂ ਕਦੀ ਨਹੀਂ ਵੇਖੇ ਹੁੰਦੇ, ਪਰ ਇਹਨੂੰ ਸੁਪਨਾ ਨਹੀਂ ਆਖਾਂਗੇ ਅਸੀਂ। 2 ਕੋ ਛੱਡ ਕੇ ਆਇਆ ਗੋਇੰਦਵਾਲ ਸਾਹਿਬ, ਉੱਥੋਂ ਵਾਪਸ ਮੁੜ ਆਇਆ, ਅੱਖਾਂ ਬੰਦ ਕੀਤੀਆਂ, ਦੇਵੀ ਨੇ ਦਰਸ਼ਨ ਦੇ ਦਿੱਤੇ ਜੀ। ਜੇ ਭਲਾ ਚਾਹੁੰਨਾ ਤੇ ਵਾਪਸ ਚਲੇ ਜਾ, ਇਹ ਮੇਰੀ ਭਗਤੀ ਦਾ ਫਲ ਤੈਨੂੰ ਤਾਂ ਹੀ ਮਿਲੇਗਾ। ਪਿਆਰਿਓ, ਜਿਹੜਾ ਬੱਚਾ ਵਧੀਆ ਹੁੰਦਾ, ਹੁਸ਼ਿਆਰ ਹੁੰਦਾ, ਉਹਨੂੰ ਟੀਚਰ ਖੁਸ਼ੀ ਖੁਸ਼ੀ ਅਗਲੀ ਕਲਾਸ 'ਚ ਤੋਰਦਾ ਹੈ ਜੀ। ਹਾਂਜੀ। ਜਾਗਿਓ ਪੁੰਨ ਅਚਰਜ ਮਨ ਲੀਨ। ਸੁਪਨੇ 'ਚ ਇਹਨੇ ਮੱਥਾ ਟੇਕਿਆ ਫਿਰ ਦੇਵੀ ਨੂੰ ਜੀ, ਜਾਗਿਆ, ਬੜਾ ਹੈਰਾਨ ਹੋਇਆ, ਕਮਾਲ ਹੋ ਗਈ। ਹਾਂਜੀ। ਦੋਹਰਾ ਭਈ ਭੋਰ ਉੱਠ ਕਰ ਹਟਿਓ, ਦਰਸ਼ਨ ਗੁਰ ਕੀ ਪ੍ਰੀਤ। ਗੱਜ ਕੇ ਆਖੋ ਦਿਨ ਚੜਿਆ ਤੇ ਸਾਧ ਸੰਗਤ ਜੀ ਇਹਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਪਿਆਰ ਪੈਦਾ ਹੋਇਆ ਜੀ। ਮਨ ਵਿੱਚ ਦਰਸ਼ਨਾਂ ਦਾ ਪਿਆਰ ਪੈਦਾ ਹੋਇਆ, ਮੈਂ ਵਾਪਸ ਜਾ ਕੇ ਦਰਸ਼ਨ ਕਰਨੇ ਆ, ਤੇ ਫਿਰ ਉੱਠ ਕੇ ਪਿਛਾਂਹ ਮੁੜ ਪਿਆ ਜੀ ਗਏ ਜੀ। ਹਾਂਜੀ। ਆਇਓ ਗੋਇੰਦਵਾਲ ਮਹਿ ਦਿੜ ਸ਼ਰਧਾ ਧਰ ਚੀਤ। ਆਇਆ ਗੋਇੰਦਵਾਲ ਸਾਹਿਬ ਵਿੱਚ ਬੜੀ ਸ਼ਰਧਾ ਨਾਲ ਦਰਸ਼ਨ ਕਰਨ ਵਾਸਤੇ। ਜਿਸ ਦੇਵੀ ਨੂੰ ਮੰਨਦਾ ਪੂਜਦਾ ਰਿਹਾ, ਅੱਜ ਉਸ ਦੇਵੀ ਨੇ ਕਿਹਾ ਚੱਲ ਗੋਇੰਦਵਾਲ ਸਾਹਿਬ ਤੇਰਾ ਭਲਾ ਹੋਏਗਾ ਜੀ। ਭਾਈ ਭਗੀਰਥ ਜੀ ਦੀ ਕਥਾ ਸੁਣੀ ਸਾਧ ਸੰਗਤ ਜੀ। ਤੁਸਾਂ ਭਾਈ ਭਗੀਰਥ ਜੀ ਨੂੰ ਦੇਵੀ ਨੇ ਆਖਿਆ ਸੀਗਾ, ਭਗੀਰਥ ਤੂੰ ਮੇਰੀ ਭਗਤੀ ਕੀਤੀ ਹੈ, ਮੁਕਤੀ ਮੰਗਦਾ, ਮੁਕਤੀ ਮੈਂ ਨਹੀਂ ਦੇਣੀ, ਜੇ ਮੁਕਤੀ ਲੈਣੀ ਤੇ ਸਮਰੱਥ ਗੁਰੂ ਨਾਨਕ ਸਾਹਿਬ ਜੀ ਕੋਲ ਚਲੇ ਜਾ। ਭਗੀਰਥ ਪੁੱਛਦਾ ਉਹ ਕਿੱਥੇ ਹੈ? ਦੇਵੀ ਨੇ ਦੱਸਿਆ ਸੁਲਤਾਨਪੁਰ ਲੋਧੀ ਵਿੱਚ ਮੋਦੀ ਦੀ ਕਾਰ ਕਰ ਰਹੇ, ਹੱਟੀ ਤੇ ਬੈਠੇ ਆ। ਫਿਰ ਉਹ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਨੂੰ ਵੀ ਦੇਵੀ ਨੇ ਪ੍ਰੇਰਿਆ ਤੇ ਆ ਰਿਹਾ ਜੀ ਹੁਣ। ਹਾਂਜੀ। ਚੌਪਈ ਪ੍ਰਥਮ ਦੇਗ ਮੈਂ ਅਚਿਓ ਆਹਾਰਾ। ਗੱਜ ਕੇ ਆਖੋ ਪਹਿਲਾਂ ਕਹਿੰਦੇ ਸੀ ਮੈਂ ਨਹੀਂ ਪ੍ਰਸ਼ਾਦਾ ਛਕਣਾ, ਪਰ ਹੁਣ ਸਭ ਤੋਂ ਪਹਿਲਾਂ ਲੰਗਰ ਚੋਂ ਪ੍ਰਸ਼ਾਦਾ ਹੀ ਛਕਿਆ ਜੀ। ਹਾਂਜੀ। ਪੁੰਨ ਗਮਨਿਓ ਜਾਂ ਸਤਿਗੁਰ ਦੁਆਰਾ। ਫਿਰ ਉਸ ਪਾਸੇ ਗਏ ਜਿਸ ਪਾਸੇ ਸਤਿਗੁਰੂ ਜੀ ਦਾ ਸੋਹਣਾ ਦਰਬਾਰ ਹੈ।
ਹਾਂਜੀ, ਜਿਸ ਕੇ ਹਿਰਦੇ ਪ੍ਰੇਮ ਬਹੁ ਜਾਗਾ। ਹੁਣ ਇਹਦੇ ਹਿਰਦੇ 'ਚ ਪਿਆਰ ਬੜਾ ਪੈਦਾ ਹੋ ਗਿਆ ਜੀ, ਕਿਉਂ ਦੇਵੀ ਨੇ ਖੁਦ ਜੂ ਆਖਿਆ ਜੀ। ਹਾਂਜੀ, ਜਾਗਨ ਲੱਗੇ ਭਾਲ ਕੇ ਭਾਗਾ। ਪਿਆਰ ਹਿਰਦੇ 'ਚ ਜਾਗਿਆ, ਪਰ ਇਹਦੇ ਨਾਲ ਦੀ ਨਾਲ ਇਹਦੀ ਕਿਸਮਤ ਜਾਗ ਚੱਲੀ ਦੀ ਅੱਜ ਜੀ। ਇਹਦੇ ਮੱਥੇ ਦੇ ਭਾਗ ਚੰਗੇ ਪ੍ਰਗਟ ਹੋ ਗਏ ਜੀ। ਹਾਂਜੀ, ਦਰਸ਼ਨ ਕਰਿਓ ਜਾਏ ਕਰ ਜਬੈ। ਜਦੋਂ ਇਹ ਅੰਦਰ ਗਿਆ, ਸਮਰੱਥ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ। ਪ੍ਰੇਮ ਅਧੀਨ ਪਰਿਓ ਪਦ ਤਬੈ। ਇਹਨੇ ਪ੍ਰੇਮ ਵਿੱਚ ਆ ਗਿਆ। ਸਾਧ ਸੰਗਤ ਜੀ, ਇਹਨੇ ਜਾਂਦਿਆਂ ਹੀ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ। ਤੁਸੀਂ ਵੀ ਮੱਥਾ ਟੇਕੋ, ਆਖੋ ਧੰਨ ਗੁਰੂ ਅਮਰਦਾਸ ਸਾਹਿਬ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਪਿਆਰ ਅੰਦਰ ਜਾਗ ਗਿਆ ਜੀ, ਮਿਹਰ ਹੋ ਗਈ ਜੀ, ਕਿਰਪਾ ਹੋ ਗਈ ਜੀ। ਹਾਂਜੀ, ਸਤਿਗੁਰ ਨੇ ਬੂਝਿਓ ਦਿਜ ਕਹੋ, ਕਿਤ ਤੇ ਆਏ ਦਰਸ ਕੋ ਲਹੋ। ਹੁਣ ਅੰਤਰਜਾਮੀ ਗੁਰੂ ਅਮਰਦਾਸ ਸਾਹਿਬ ਜਾਣੀ ਜਾਣ ਸਤਿਗੁਰੂ ਮਹਾਰਾਜ ਜਾਣਦੇ ਆ। ਸੱਚੇ ਪਾਤਸ਼ਾਹ ਕਹਿੰਦੇ, ਬ੍ਰਾਹਮਣ ਜੀ ਕਿੱਧਰੋਂ ਆਏ? ਮਹਾਰਾਜ ਕਹਿਣ ਲੱਗੇ, ਕਿਹਦੇ ਦਰਸ਼ਨ ਕਰਨੇ ਆ? ਹਾਂਜੀ, ਸੁਨ ਖੇਡੇ ਨੇ ਸਰਬ ਬਿਰਤਾਂਤ। ਖੇਡੇ ਨੇ ਸਾਰੀ ਗੱਲ ਹੀ ਦੱਸ ਦਿੱਤੀ ਸੱਚੇ ਪਾਤਸ਼ਾਹ ਜੀ ਨੂੰ ਜੀ। ਹਾਂਜੀ, ਬਿਦਤ ਗੁਪਤ ਸਭ ਕਹਿ ਬਖਿਆਤ। ਸਭ ਤੋਂ ਪਹਿਲਾਂ ਤੋਂ ਨੇ ਇਹ ਆਖਿਆ, ਮਹਾਰਾਜ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ, ਤੁਸੀਂ ਗੁਪਤ ਗੱਲਾਂ ਵੀ ਜਾਣਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਬਿਨ ਬੋਲਿਆ ਸਭ ਕਿਛ ਜਾਣਦਾ। ਮਹਾਰਾਜ ਤੁਸੀਂ ਗੁਪਤ ਪ੍ਰਗਟ ਸਾਰੀ ਗੱਲ ਜਾਣਦੇ ਹੋ, ਫਿਰ ਵੀ ਜੇ ਤੁਸੀਂ ਪੁੱਛਿਆ ਤੇ ਮੈਂ ਦੱਸ ਦੇਣਾ। ਹਾਂਜੀ, ਮਨ ਗਿਲਾਨ ਕਰ ਮੈਂ ਉੱਠ ਗਇਓ। ਮੈਂ ਪਹਿਲਾਂ ਵੀ ਤੁਹਾਡੇ ਦਰਸ਼ਨਾਂ ਵਾਸਤੇ ਆਇਆ ਸਾਂ, ਪਰ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਵਾਸਤੇ ਮੇਰੇ ਮਨ ਵਿੱਚ ਗਿਲਾਨੀ ਸੀਗੀ। ਮੈਂ ਆਪਣੇ ਮਨ ਵਿੱਚ ਗਿਲਾਨੀ ਰੱਖੀ ਸੀਗੀ, ਮੈਂ ਉੱਠ ਕੇ ਚਲੇ ਗਿਆ। ਹਾਂਜੀ, ਦਾਰੁਨ ਦਰਸ ਕਾਲਿਕਾ ਭਇਓ। ਜਦੋਂ 2 ਕੋ ਜਾ ਕੇ ਪੜਾ ਕੀਤਾ, ਰਾਤ ਸੁੱਤੇ, ਦੇਵੀ ਦੇ ਭਿਆਨਕ ਰੂਪ ਦੇ ਮੈਨੂੰ ਦਰਸ਼ਨ ਹੋਏ। ਹਾਂਜੀ, ਤੁਮਰੋ ਭੇਵ ਬਤਾਇਓ ਸਾਰੋ। ਮਹਾਰਾਜ ਮੈਂ ਦੇਵੀ ਦਾ ਬੜਾ ਵੱਡਾ ਭਗਤ ਹਾਂ, ਪਰ ਦੇਵੀ ਨੇ ਮੈਨੂੰ ਗੁਪਤ ਗੱਲ ਦੱਸ ਦਿੱਤੀ, ਤੁਸੀਂ ਰੱਬ ਹੋ। ਗੱਜ ਕੇ ਆਖੋ ਵਾਹਿਗੁਰੂ। ਦੇਵੀ ਨੇ ਮੈਨੂੰ ਦੱਸ ਦਿੱਤਾ, ਤੁਸੀਂ ਰੱਬ ਹੋ। ਹਾਂਜੀ, ਹਟ ਆਇਓ ਮੈਂ ਸ਼ਰਨ ਤੁਹਾਰੋ। ਇਸ ਕਰਕੇ ਮੈਂ ਅੱਗੇ ਨਹੀਂ ਗਿਆ ਦਰਸ਼ਨ ਕਰਨ ਵਾਸਤੇ। ਮਹਾਰਾਜ ਮੈਂ ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਵਾਪਸ ਆ ਗਿਆ। ਹਾਂਜੀ, ਅਬ ਮੇਰੇ ਪਰ ਜੇ ਤੁਮ ਦਇਆ। ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਜੇ ਤੁਸੀਂ ਮੇਰੇ ਤੇ ਖੁਸ਼ ਹੋ। ਹਾਂਜੀ, ਸੁਪਨੇ ਮਹਿ ਦੇਵੀ ਕਹਿ ਦਇਆ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਮੈਨੂੰ ਸੁਪਨੇ 'ਚ ਦੇਵੀ ਨੇ ਇੱਕ ਗੱਲ ਆਖੀ ਸੀਗੀ। ਹਾਂਜੀ, ਕੁਪਤ ਰੂਪ ਤਬ ਹੇਰਨ ਕਰਿਓ, ਸੁਨੇ ਬਾਕ ਜਿਸ ਤੇ ਮੈਂ ਮੁਰਿਓ। ਵੀ ਦੇਵੀ ਨੇ ਕਿਹਾ ਸੀ ਤੂੰ ਗੁਰੂ ਤੋਂ ਬੇਮੁਖ ਹੋ ਗਿਆ, ਤਾਂ ਮੇਰੇ ਡਰਾਉਣੇ ਰੂਪ ਦੇ ਦਰਸ਼ਨ ਹੋਏ ਐ। ਮਹਾਰਾਜ ਹੁਣ ਤੇ ਨਹੀਂ ਨਾ ਮੈਂ ਤੁਹਾਡੇ ਤੋਂ ਬੇਮੁਖ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਸੋ ਸਰੂਪ ਜਗ ਮਾਤ ਮਹਾਂਬਰ, ਭਈ ਕੇ ਨਹੀਂ ਪ੍ਰਸੰਨ ਮੋਹਿ ਪਰ। ਤੇ ਮੈਂ ਮੁੜ ਕੇ ਗਿਆ, ਦੇਵੀ ਮੇਰੇ ਤੋਂ ਨਾਰਾਜ਼ ਸਨ। ਦੇਵੀ ਜੀ ਮੇਰੇ ਤੋਂ ਨਾਰਾਜ਼ ਸਨ। ਹੁਣ ਮੈਨੂੰ ਦੱਸੋ, ਦੇਵੀ ਮਾਤਾ ਮੇਰੇ ਤੇ ਖੁਸ਼ ਹੋਈ ਜਾਂ ਨਹੀਂ ਹੋਈ ਮਹਾਰਾਜ? ਹਾਂਜੀ, ਇਹੋ ਸੰਦੇਹੋ ਮਹਾ ਉਰ ਮੇਰੇ। ਬਸ ਇਹ ਸ਼ਾਕੀ ਹੈ ਜੀ। ਵੇਖੋ ਜੀ, ਕਿਸੇ ਦਾ ਗੁਰੂ ਰੁੱਸ ਜਾਵੇ ਨਾ, ਇਸ਼ਟ ਰੁੱਸ ਜਾਵੇ, ਉਹਨੂੰ ਬੜੀ ਚਿੰਤਾ ਹੁੰਦੀ ਜੀ। ਉਹ ਕਹਿੰਦੇ ਮਹਾਰਾਜ ਮੈਨੂੰ ਇਹੋ ਹੀ ਚਿੰਤਾ ਵੀ ਦੇਵੀ ਹੁਣ ਖੁਸ਼ ਹੈ ਜਾਂ ਨਾਰਾਜ਼ ਹੀ ਹੈ। ਹਾਂਜੀ, ਮਿਟ ਹੈ ਨਾ ਬਿਨਾ ਭਗਵਤੀ ਹੇਰੇ। ਵੀ ਉਹ ਮਹਾਰਾਜ ਇਹ ਸੰਦੇਹ ਨਾ ਜਿਹੜਾ ਮੇਰਾ, ਜਿੰਨਾ ਚਿਰ ਤੱਕ ਮੈਂ ਦੇਵੀ ਦੇ ਦਰਸ਼ਨ ਨਹੀਂ ਕਰ ਲੈਂਦਾ, ਮੇਰਾ ਦੂਰ ਨਹੀਂ ਹੋਣਾ। ਗੱਜ ਕੇ ਆਖੋ ਵਾਹਿਗੁਰੂ। ਭਾਵ ਮੈਂ ਮੁੜ ਦਰਸ਼ਨ ਕਰਨਾ ਚਾਹੁੰਦਾ ਦੇਵੀ ਦੇ। ਹਾਂਜੀ, ਤੁਮ ਸਮਰੱਥ ਸਭ ਰੀਤ ਮਹਾਨਾ। ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ, ਮਾਲਕ ਹੋ, ਵੱਡੇ ਹੋ। ਹਾਂਜੀ, ਕਿਰਪਾ ਕਰੋ ਸੰਸੇ ਉਰਹਾਨਾ। ਕਿਰਪਾ ਕਰੋ, ਮੇਰੇ ਮਨ ਦਾ ਸ਼ੰਕਾ ਦੂਰ ਕਰੋ। ਮੈਨੂੰ ਦੱਸੋ, ਮੈਨੂੰ ਦੇਵੀ ਦੇ ਦਰਸ਼ਨ ਕਰਾ ਦਿਓ। ਹੁਣ ਵੇਖੋ ਨਾ ਜੀ, ਬਚਪਨ ਤੋਂ ਹੀ ਜਾਂਦਾ ਜੀ ਉਹ।
ਸਾਲ ਵਿੱਚ 2 ਵਾਰ ਪੈਦਲ ਜਾਣਾ, ਨਾ ਅੰਨ ਛਕਣਾ ਨਾ ਜਲ ਛਕਣਾ ਜੀ, ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਇਹਨੂੰ ਦਰਸ਼ਨ ਨਹੀਂ ਹੋ ਜਾਂਦੇ। ਖਿੱਚ ਤੇ ਹੁੰਦੀ ਹੈ ਮਨ ਵਿੱਚ। ਹਾਂਜੀ। ਸੁਨ ਸ੍ਰੀ ਸਤਿਗੁਰ ਬਿਕਸੇ ਭਾਖਿਓ। ਜਦੋਂ ਉਹਨੇ ਕਿਹਾ ਨਾ ਮਹਾਰਾਜ ਮੈਂ ਮੁੜ ਦਰਸ਼ਨ ਕਰਨਾ ਚਾਹੁੰਦਾ, ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਖੁਸ਼ ਹੋ ਗਏ ਤੇ ਖੁਸ਼ ਹੋ ਕੇ ਕਹਿਣ ਲੱਗੇ ਮਹਾਰਾਜ ਏਮ ਭੀ ਹੋਏ ਜਥਾ ਅਬਿਲਾਖਿਓ। ਮਹਾਰਾਜ ਕਹਿੰਦੇ ਕੋਈ ਨਹੀਂ, ਇੰਜ ਵੀ ਹੋ ਜਾਵੇਗਾ। ਗੱਜ ਕੇ ਆਖੋ ਵਾਹਿਗੁਰੂ। ਦਰਸ਼ਨ ਕਰਾ ਦਿੰਨੇ ਆ ਤੈਨੂੰ, ਮਹਾਰਾਜ ਕਹਿਣ ਲੱਗੇ। ਹਾਂਜੀ। ਸ਼ਕਤ ਨ ਆਸ ਜੋ ਦੁਰਗਾ ਹੀਰੈ। ਪਰ ਇੱਕ ਗੱਲ ਦੱਸੀਏ, ਤੇਰੇ ਕੋਲ ਇੰਨੀ ਸ਼ਕਤੀ ਨਹੀਂ ਹੈਗੀ ਤੂੰ ਇਹਨਾਂ ਅੱਖਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰ ਸਕੇ ਜੀ। ਕਿਉਂ? ਬੰਦਾ ਪਾਪੀ ਹੈਗਾ ਜੀ, ਸੱਚ ਹੈ। ਸਿੱਧਾ ਡਾਇਰੈਕਟ ਇਹਨਾਂ ਅੱਖਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਸਕੀਏ, ਸਾਡੀ ਕਿੱਥੋਂ ਇੰਨੀ ਹੈਗੀ ਜੀ ਤਾਕਤ ਜੀ। ਬੜੀ ਵੱਡੀ ਗੱਲ ਹੈ। ਮਹਾਰਾਜ ਨੂੰ ਪਤਾ ਸੀ ਇਹਦੀ ਇੰਨੀ ਕਮਾਈ ਨਹੀਂ ਹੈਗੀ। ਮਹਾਰਾਜ ਕਹਿਣ ਲੱਗੇ ਵੇਖ ਲੈ, ਤੇਰੇ 'ਚ ਇੰਨੀ ਸ਼ਕਤੀ ਨਹੀਂ ਹੈਗੀ ਵੀ ਤੂੰ ਸਿੱਧਾ ਦੇਵੀ ਦੇ ਦਰਸ਼ਨ ਕਰ ਸਕੇ। ਹੋਏ ਬਿਦਤ ਠਹਿਰੈ ਨਾ ਅਗੀਰੈ। ਮਹਾਰਾਜ ਕਹਿਣ ਲੱਗੇ ਜੇ ਉਹ ਮਾਤਾ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ, ਤੇ ਮਹਾਰਾਜ ਕਹਿੰਦੇ ਤੇਰੇ ਕੋ ਸਾਹਮਣੇ ਖਲੋਤਾ ਨਹੀਂ ਹੋ ਜਾਣਾ। ਹਾਂਜੀ। ਇਸ ਗੱਤ ਕੋ ਉਰ ਲਿਹੋ ਵਿਚਾਰੀ। ਮਹਾਰਾਜ ਕਹਿੰਦੇ ਵਿਚਾਰ ਕਰ ਲੈ ਚੰਗੀ ਤਰ੍ਹਾਂ। ਹਾਂਜੀ। ਸੁਨ ਖੇਡੇ ਪੁਨ ਗਿਰਾ ਉਚਾਰੀ। ਖੇਡਾ ਹੱਥ ਜੋੜ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅੱਗੋਂ ਕਹਿਣ ਲੱਗਾ ਕਰੁਣਾ ਕਰੋ ਦਿਖਾਵੋ ਮੋਹੀ। ਗੱਜ ਕੇ ਆਖੋ। ਕਹਿੰਦਾ ਮਹਾਰਾਜ ਕਿਰਪਾ ਕਰੋ ਤੇ ਦਰਸ਼ਨ ਕਰਾ ਹੀ ਦਿਓ। ਹਾਂਜੀ। ਸਹੋਂ ਸਕਲ ਹੀ ਜਸ ਗਤ ਹੋਹੀ। ਮਹਾਰਾਜ ਮੈਂ ਸਹਿ ਲਵਾਂਗਾ। ਬੰਦਾ ਹੀ ਸੋਚਦਾ ਹੈ ਵੀ ਮੈਂ ਸਹਿ ਲਵਾਂਗਾ, ਪਰ ਪਤਾ ਥੋੜੀ ਹੁੰਦਾ ਜੀ। ਕਹਿੰਦਾ ਮਹਾਰਾਜ ਮੈਂ ਸਹਿ ਲਵਾਂਗਾ ਦਰਸ਼ਨਾਂ ਦਾ ਪ੍ਰਤਾਪ। ਹਾਂਜੀ। ਸ੍ਰੀ ਪ੍ਰਭ ਬੱਲੂ ਸੰਗ ਬਖਾਨਾ। ਮਹਾਰਾਜ ਕਹਿਣ ਲੱਗੇ ਭਾਈ ਬੱਲੂ ਨੂੰ ਸੱਦ ਕੇ। ਭਾਈ ਬੱਲੂ ਜੀ ਚੌਰ ਸਭ ਕਰਦੇ ਸਨ। ਮਹਾਰਾਜ ਕਹਿੰਦੇ ਭਾਈ ਬੱਲੂ ਇਸ ਕੋ ਗਹੋ ਪਾਨ ਮਹਿਪਾਨਾ। ਮਹਾਰਾਜ ਕਹਿੰਦੇ ਇਹਦਾ ਹੱਥ ਆਪਣੇ ਹੱਥ ਵਿੱਚ ਫੜ। ਹਾਂਜੀ। ਅਬਲੇ ਜਾਓ ਬੀਚ ਚੌਬਾਰੇ। ਜਿੱਥੇ ਸਾਡਾ ਪਲੰਘਾ ਹੈ ਨਾ ਚੌਬਾਰੇ ਵਿੱਚ, ਗੁਰਦੁਆਰਾ ਚੌਬਾਰਾ ਸਾਹਿਬ, ਗੱਜ ਕੇ ਆਖੋ ਵਾਹਿਗੁਰੂ। ਬੌਲੀ ਸਾਹਿਬ ਜਿੱਥੇ ਦਰਬਾਰ ਲੱਗਦਾ ਸੀ ਨਾ, ਉੱਥੋਂ ਅੱਗੇ ਜਾ ਕੇ ਗਲੀਆਂ ਦੇ ਵਿੱਚ ਹੈ ਚੌਬਾਰਾ ਸਾਹਿਬ। ਮਹਾਰਾਜ ਦੀ ਉੱਥੇ ਰਿਹਾਇਸ਼ ਸੀਗੀ ਜੀ। ਉੱਥੇ ਮਹਾਰਾਜ ਦਾ ਪਲੰਘਾ ਡੱਠਿਆ ਹੁੰਦਾ ਸੀਗਾ। ਮਹਾਰਾਜ ਕਹਿੰਦੇ ਜਿੱਥੇ ਸਾਡਾ ਚੌਬਾਰੇ ਵਿੱਚ ਪਲੰਘਾ ਹੈ। ਹਾਂਜੀ। ਜਗ ਮਾਤਾ ਕੋ ਦਰਸ ਨਿਹਾਰੇ। ਦੇਵੀ ਮਾਤਾ ਜੀ ਉੱਥੇ ਬੈਠੇ ਹੋਏ ਨੇ। ਮਹਾਰਾਜ ਕਹਿੰਦੇ ਜਾਓ ਇਹਨੂੰ ਦਰਸ਼ਨ ਕਰਾ ਦਿਓ। ਹਾਂਜੀ। ਸੁਨ ਆਗਿਆ ਬੱਲੂ ਗਹਿ ਕਰ ਕੋ। ਭਾਈ ਬੱਲੂ ਜੀ ਨੇ ਹੱਥ ਫੜ ਲਿਆ ਜੀ ਖੇਡੇ ਦਾ ਜੀ। ਹਾਂਜੀ। ਅੰਤਰ ਜਾਏ ਦਿਖਾਇਓ ਘਰ ਕੋ। ਤੇ ਉਹ ਨਿਕਲੇ, ਉਦੋਂ ਵੀ ਗਲੀਆਂ ਹੀ ਸਨ। ਉਹਨਾਂ ਗਲੀਆਂ ਵਿੱਚੋਂ ਲੰਘੇ, ਉੱਪਰ ਚੜੇ ਚੌਬਾਰਾ ਸਾਹਿਬ, ਅੰਦਰ ਲੈ ਗਏ ਜੀ। ਹਾਂਜੀ। ਦੇਖਿਓ ਦਿਪਤ ਤੇਜ ਰਵ ਜੈਸਾ। ਹਾਂਜੀ। ਅਸਤਰ ਸ਼ਸਤਰ ਤੇ ਸ਼ੁਭਤ ਵਿਸ਼ੇਸ਼ਾ। ਗੱਜ ਕੇ ਆਖੋ। ਉਹ ਜਦੋਂ ਦਰਵਾਜ਼ਾ ਖੋਲਿਆ ਨਾ, ਅੰਦਰ ਚਾਨਣ ਹੀ ਚਾਨਣ ਜੀ। ਚਾਨਣ ਹੀ ਚਾਨਣ। ਅਸਤਰ ਸ਼ਸਤਰਾਂ ਨਾਲ ਪੂਰੀ ਸ਼ੋਭਾ ਪਾ ਰਹੇ ਦੇਵੀ ਜੀ ਦੀ। ਹਾਂਜੀ। ਅਸ਼ਟ ਭੁਜੀ ਜਬ ਦੇਖਨ ਕਰੀ। ਸ਼ੇਰ ਦੀ ਸਵਾਰੀ ਤੇ 8 ਭੁਜਾਵਾਂ, ਕਿਸੇ 'ਚ ਚੱਕਰ, ਕਿਸੇ 'ਚ ਤਰਸ਼ੂਲ, ਕਿਸੇ 'ਚ ਤਲਵਾਰ, ਕਿਸੇ 'ਚ ਖੰਡਾ, ਕਿਸੇ 'ਚ ਦਾਤਰ। ਉਹ ਜਦੋਂ 8 ਭੁਜਾਵਾਂ ਵਾਲਾ ਇਹ ਸਰੂਪ ਦੇਖਿਆ, ਤੇਜਬਰ ਨੇ ਸਭ ਬੁੱਧ ਹਰ ਭਰੀ। ਗੱਜ ਕੇ ਆਖੋ। ਬਸ ਫਿਰ ਕੀ ਸੀਗਾ, ਖੇਡੇ ਕੋਲੋਂ ਦਰਸ਼ਨਾਂ ਦਾ ਪ੍ਰਤਾਪ ਸਹਿਣ ਨਾ ਹੋਇਆ ਜੀ। ਹਾਂਜੀ। ਵਿਆਕੁਲ ਹੋਏ ਧਰਨ ਪਰ ਪਰਿਓ। ਉਹ ਤੇ ਦਰਸ਼ਨ ਕਰ ਹੀ ਨਹੀਂ ਸਕਿਆ। ਮਾੜੇ ਜਿਹੇ ਦਰਸ਼ਨ ਹੋਏ, ਉਹ ਧਰਤੀ ਤੇ ਡਿੱਗ ਗਿਆ ਜੀ। ਧਰਤੀ ਤੇ ਡਿੱਗ ਗਿਆ। ਹਾਂਜੀ। ਮੁਰਸ਼ਿਦ ਪਰਿਓ ਪ੍ਰਾਨ ਜਨ ਹਰਿਓ। ਬੇਹੋਸ਼ ਹੀ ਹੋ ਗਿਆ ਜੀ। ਗੱਜ ਕੇ ਆਖੋ। ਮਹਾਰਾਜ ਨੇ ਪਹਿਲਾਂ ਕਿਹਾ ਸੀ ਤੇਰੇ ਕੋਲ ਇੰਨੀ ਨਹੀਂ ਹੈਗੀ ਸਮਰੱਥਾ ਤੂੰ ਦਰਸ਼ਨ ਕਰ ਸਕੇ। ਉਹ ਬੇਹੋਸ਼ ਹੋ ਕੇ ਡਿੱਗ ਗਿਆ ਜੀ। ਹਾਂਜੀ। ਬੱਲੂ ਨੇ ਸੁਧ ਸਰਬ ਸੁਨਾਈ। ਭਾਈ ਬੱਲੂ ਨੇ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ, ਗੁਰੂ ਅਮਰਦਾਸ ਜੀ ਨੂੰ।
ਹਾਂਜੀ ਗੁਰੂ ਕਹਿਓ ਲੈ ਆਓ ਉਠਾਈ। ਮਹਾਰਾਜ ਉਹ ਤੇ ਬੇਹੋਸ਼ ਹੋ ਗਿਆ, ਸੱਚੇ ਪਾਤਸ਼ਾਹ ਉਹ ਤੇ ਡਿੱਗਿਆ ਪਿਆ। ਤੇ ਮਹਾਰਾਜ ਕਹਿਣ ਲੱਗੇ ਬੱਲੂ 2 ਪ੍ਰੇਮੀ ਨਾਲ ਲੈ ਜਾਓ, ਉਹਨੂੰ ਚੁੱਕ ਕੇ ਲੈ ਕੇ ਆਓ ਸਾਡੇ ਕੋਲ। ਕਹਿਣ ਲੱਗੇ ਹਾਂਜੀ 3 ਬਲ ਕਰਕੇ ਤਾਹੇ ਉਠਾਵਾ। ਉਹ ਬਲ ਦੇ ਨਾਲ ਚੁੱਕ ਕੇ ਲੈ ਕੇ ਆਏ ਜੀ ਉਹਨੂੰ ਉੱਥੇ। ਆਨ ਪ੍ਰਭੂ ਕੇ ਪਾਇਨ ਪਾਵਾ। ਲਿਆਂਦਾ, ਲਿਆ ਕੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਪਾ ਦਿੱਤਾ। ਗੱਜ ਕੇ ਆਖੋ ਵਾਹਿ ਪੇਖ ਸ਼੍ਰੀ ਅਮਰਦਾਸ ਤਿਸ ਕਾਲਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਖੇਡੇ ਨੂੰ ਦੇਖਿਆ ਗਹਿ ਕੈ ਚਿੰਬੁਕ ਉਠਾਏ ਬਿਠਾਲਾ। ਤੇ ਮਹਾਰਾਜ ਵੇਖ ਕੇ ਨਾ ਠੋਡੀ ਤੋਂ ਫੜ ਕੇ ਜਦੋਂ ਐ ਕੀਤਾ ਤੁਹਾਨੂੰ ਹੋਸ਼ ਆ ਗਈ ਜੀ। ਠੋਡੀ ਤੋਂ ਫੜ ਕੇ ਤੇ ਉਹਨੂੰ ਬਿਠਾਇਆ ਗੁਰੂ ਅਮਰਦਾਸ ਜੀ ਨੇ ਜੀ। ਹਾਂਜੀ ਮਨਹੁ ਮ੍ਰਿਤਕ ਭਾ ਪੁਨਹ ਜਿਵਾਇਓ। ਉਹ ਤੇ ਇਸ ਤਰ੍ਹਾਂ ਉੱਠ ਕੇ ਬੈਠਾ ਜਿਵੇਂ ਮੁਰਦਾ ਉੱਠ ਕੇ ਬਹਿ ਜਾਂਦਾ ਜੀ। ਹੁਣ ਵੇਖੋ ਬੇਹੋਸ਼ ਹੋ ਜਿਹੜੀਆਂ ਤਲੀਆਂ ਝਸਣੀਆਂ ਪੈਂਦੀਆਂ, ਕਈ ਕੁਝ ਕਰਨਾ ਪੈਂਦਾ, ਫਿਰ ਹੋਸ਼ ਆਉਂਦੀ। ਤੇ ਮਹਾਰਾਜ ਨੇ ਐਂ ਕਰਕੇ ਹੀ ਠਾ ਦਿੱਤਾ ਜੀ। ਹਾਂਜੀ ਖੁੱਲੇ ਨੇਤਰ ਗੁਰ ਦਰਸ਼ਨ ਪਾਇਓ। ਅੱਖਾਂ ਖੋਲੀਆਂ, ਐ ਸੋਹਣੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋਏ ਜੀ ਉਹਨੂੰ ਜੀ। ਹਾਂਜੀ ਦੇਖ ਪ੍ਰਭਾਵ ਚਕਤ ਚਿਤ ਰਹਿਓ। ਹੁਣ ਉਹੋ ਹੀ ਪ੍ਰਭਾਵ ਸਤਿਗੁਰੂ ਜੀ ਦਾ ਦਿਸ ਰਿਹਾ ਜੀ ਉਹਨੂੰ। ਬੜਾ ਹੈਰਾਨ ਹੋਇਆ ਜੀ। ਹਾਂਜੀ ਕਰ ਜੋਰਤ ਗੁਰ ਸੋ ਬਚ ਕਹਿਓ। ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਹਾਂਜੀ ਦੇਹੋ ਸ਼ਰਨ ਕਰੀਐ ਨਿਜ ਦਾਸ। ਬਸ ਹੁਣ ਆਇਆ ਜੀ ਇਹ ਲਾਈਨ ਤੇ। ਗੱਜ ਕੇ ਆਖੋ ਉਹ ਦੇਵੀ ਜੀ ਨੇ ਤੇ ਪਹਿਲਾਂ ਸੁਪਨੇ 'ਚ ਕਹਿ ਦਿੱਤਾ ਸੀ ਕਿ ਮੇਰੀ ਭਗਤੀ ਦਾ ਫਲ ਇਹੋ ਹੀ ਹੈ, ਤੂੰ ਗੁਰੂ ਜੀ ਦੇ ਕੋਲ ਪਹੁੰਚ ਜਾ। ਪਰ ਗੁਰੂ ਜੀ ਦੇ ਕੋਲ ਜਾ ਕੇ ਵੀ ਇਹਨੂੰ ਦੇਵੀ ਜੀ ਦੇ ਦਰਸ਼ਨਾਂ ਦੀ ਲਾਲਸਾ ਸੀਗੀ ਜੀ। ਹਾਂਜੀ ਹੁਣ ਤੁਸੀਂ ਅੰਦਾਜ਼ਾ ਲਾਓ, ਜਿਸ ਦੇਵੀ ਦੇ ਦਰਸ਼ਨਾਂ ਵਾਸਤੇ ਸਾਰੀ ਉਮਰ ਲਾ ਰਿਹਾ ਜੀ, ਉਹ ਦੇਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਵਿੱਚ ਸੇਵਾਦਾਰ ਹੈ ਜੀ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਭਾਈ ਲਹਿਣਾ ਜੀ ਦੀ ਸਾਖੀ ਤੁਹਾਨੂੰ ਸਭ ਨੂੰ ਪਤਾ ਹੈ। ਖੁਦ ਦੇਵੀ ਜੀ ਨੇ ਦਰਸ਼ਨ ਦੇ ਕੇ ਆਖਿਆ ਸੀ, ਲਹਿਣਿਆ ਤੂੰ ਸਾਨੂੰ ਮੰਨਦਾ, ਅਸੀਂ ਇਹਨਾਂ ਦੇ ਕੋਲੋਂ ਹੀ ਬਖਸ਼ਿਸ਼ਾਂ ਲੈ ਕੇ ਅੱਗੇ ਵਰਤਾਉਂਦੇ ਹਾਂ। ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਗੁਰੂ ਘਰ ਬੜਾ ਵੱਡਾ ਹੈ ਜੀ। ਹੁਣ ਇਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਦੇਹੋ ਸ਼ਰਨ ਕਰੀਐ ਨਿਜ ਦਾਸ। ਮਹਾਰਾਜ ਮੈਨੂੰ ਆਪਣੀ ਸ਼ਰਨ ਵਿੱਚ ਦੱਸੋ ਰੱਖੋ ਤੇ ਆਪਣਾ ਸੇਵਕ ਬਣਾ ਲਓ। ਹੁਣ ਮਹਾਰਾਜ ਮੈਂ ਤੁਹਾਡਾ ਸੇਵਕ ਬਣਨਾ। ਹਾਂਜੀ ਬਾਨੋ ਕਿਰਤਾਰਥ ਪੂਰ ਹੋ ਆਸ। ਸੱਚੇ ਪਾਤਸ਼ਾਹ ਮੇਰੀ ਆਸ ਪੂਰੀ ਕਰ ਦਿਓ, ਮੈਨੂੰ ਆਪਣਾ ਸੇਵਕ ਬਣਾਓ। ਹਾਂਜੀ ਬਿਕਸੇ ਸਤਿਗੁਰ ਬਹੁਰ ਉਚਾਰਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਖੁਸ਼ ਹੋਏ ਜੀ ਤੇ ਖੁਸ਼ ਹੋ ਕੇ ਬਚਨ ਕੀਤਾ। ਹਾਂਜੀ ਸੁਨ ਖੇਡਾ ਤੂੰ ਦਾਸ ਹਮਾਰਾ। ਮਹਾਰਾਜ ਕਹਿੰਦੇ ਖੇਡਿਆ ਅੱਜ ਤੋਂ ਤੂੰ ਸਾਡਾ ਸੇਵਕ ਹੈ। ਗੱਜ ਕੇ ਆਖੋ ਵਾਹਿਗੁਰੂ। ਬਣਾ ਲਿਆ ਜੀ, ਕਿਉਂਕਿ ਜਿਹਨੂੰ ਖੇਡਾ ਸੋਹਿਰਾ ਮੰਨਦਾ ਸੀਗਾ ਉਹ ਦੇਵੀ ਜੀ ਤੇ ਆ ਕੇ ਗੁਰੂ ਘਰ ਵਿੱਚ ਸੇਵਾ ਕਰਦੇ ਸਨ ਜੀ। ਸੇਵਾ ਕਰਦੇ ਸਨ। ਭਾਈ ਲਹਿਣਾ ਜੀ ਨੂੰ ਤੇ ਝਾੜੂ ਫੇਰਦਿਆਂ ਤੇ ਦਰਸ਼ਨ ਹੋ ਗਏ ਸਨ ਜੀ। ਗੁਰੂ ਘਰ ਬੜਾ ਹੀ ਵੱਡਾ ਤੇ ਪਿਆਰਿਓ, ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪੈਣੀ ਉਹਦੀ ਕਿਤੋਂ ਵੀ ਨਹੀਂ ਪੈਣੀ ਜੀ। ਤੇ ਇੱਕ ਗੱਲ ਚੇਤਾ ਰੱਖਿਓ, ਦੁਨੀਆ 'ਚ ਇਹੋ ਜਿਹਾ ਕੋਈ ਹੈ ਹੀ ਨਹੀਂ ਜਿਹਦੀ ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਾ ਪਵੇ ਜੀ। ਤੇ ਜਿਹਦੀ ਇੱਥੋਂ ਨਹੀਂ ਨਾ ਪੂਰੀ ਪਈ, ਉਹ ਜਿੱਥੇ ਮਰਜ਼ੀ ਜਾ ਕੇ ਭਟਕ ਲਏ, ਉਹਦੀ ਪੂਰੀ ਨਹੀਂ ਪੈਣੀ ਕਿਤੇ ਵੀ। ਹਾਂਜੀ ਕਰਹੁ ਸਦਾ ਦੇਵੀ ਕੀ ਸੇਵਾ। ਜਪ ਸਤਨਾਮ ਮੰਤਰ ਗੁਰਦੇਵਾ। ਗੱਜ ਕੇ ਆਖੋ ਮਹਾਰਾਜ ਕਹਿੰਦੇ ਤੂੰ ਪਿੱਛੇ ਸਦਾ ਦੇਵੀ ਦੀ ਸੇਵਾ ਕਰਦਾ ਰਿਹਾ, ਪਰ ਹੁਣ ਅੱਜ ਤੋਂ ਤੂੰ ਸਤਨਾਮ ਦਾ ਜਾਪ ਜਪਣਾ ਹੈ, ਪ੍ਰੇਮ ਨਾਲ ਗੁਰਮੰਤਰ ਦਾ ਜਾਪ ਕਰਨਾ ਹੈ।
ਹਾਂਜੀ। ਮਿਲ ਹੈ ਜੋ ਤੋਹੇ ਦੇਹੋਂ ਉਪਦੇਸ਼ਾ, ਸਿੱਖੀ ਕੋ ਵਿਸਤਾਰ ਵਿਸ਼ੇਸ਼ਾ। ਉਹਦੇ ਸਿਰ ਤੇ ਹੱਥ ਰੱਖਿਆ, ਉਹਨੂੰ ਸੇਵਕ ਬਣਾ ਲਿਆ। ਖੇਡੇ ਨੂੰ ਵੀ ਮਹਾਰਾਜ ਨੇ ਕਿਹਾ, ਖੇਡੇ, ਜੋ ਪਹਿਲਿਆਂ ਨੂੰ ਕਿਹਾ ਸੀ ਉਹ ਖੇਡੇ ਨੂੰ ਆਖਿਆ, ਆਪ ਵੀ ਗੁਰੂ ਦੀ ਸਿੱਖੀ ਨੂੰ ਕਮਾ ਤੇ ਦੂਜਿਆਂ ਨੂੰ ਵੀ ਇਸ ਪਾਸੇ ਤੋਰ। ਤੇ ਮੇਰੀ ਫਿਰ ਬੇਨਤੀ 'ਚ ਪਿਆਰਿਓ, ਹਰ ਸਿੱਖ ਗੁਰੂ ਦਾ ਪ੍ਰਚਾਰਕ ਹੈ, ਹਰ ਸਿੱਖ ਦਾ ਫਰਜ਼ ਹੈ ਗੁਰੂ ਦੇ ਘਰ ਦੀ ਦੂਜੇ ਨੂੰ ਗੱਲ ਸੁਣਾਉਣਾ ਜੀ, ਤਾਂ ਕਿ ਦੂਜਾ ਵੀ ਗੁਰੂ ਨਾਲ ਜੁੜੇ ਜੀ। ਹਾਂਜੀ। ਇਮ ਕਹਿ ਕਿਰਪਾ ਦ੍ਰਿਸ਼ਟ ਸੋਹੇਰਾ, ਹਾਂਜੀ। ਉਪਜਿਓ ਬ੍ਰਹਮ ਗਿਆਨ ਤਿਸ ਬੇਰਾ। ਵਾਹ ਜੀ ਵਾਹ, ਕਮਾਲ ਹੀ ਕਰਤੀ ਜੀ ਮਹਾਰਾਜ ਨੇ। ਤੇ ਗੱਜ ਕੇ ਆਖੋ ਵਾਹਿਗੁਰੂ। ਇਹ ਕਹਿ ਕੇ ਮਿਹਰ ਦੀ ਦ੍ਰਿਸ਼ਟੀ ਨਾਲ ਖੇਡੇ ਵੱਲ ਵੇਖਿਆ, ਤੇ ਖੇਡੇ ਨੂੰ ਬਸ ਮਿਹਰ ਦੀ ਦ੍ਰਿਸ਼ਟੀ ਨਾਲ ਵੇਖ ਕੇ ਹੀ ਮਹਾਰਾਜ ਨੇ ਬ੍ਰਹਮ ਗਿਆਨੀ ਬਣਾ ਦਿੱਤਾ ਜੀ, ਬ੍ਰਹਮ ਗਿਆਨੀ ਬਣਾ ਦਿੱਤਾ। ਜਿਸ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਵੱਡੇ ਵੱਡੇ ਤਰਸਦੇ ਤੇ ਅਤਾ ਪਤਾ ਕੋਈ ਨਹੀਂ ਜੀ ਵੀ ਬਣਨਾ ਵੀ ਹੈ ਕਿ ਨਹੀਂ ਹੈਗਾ ਜੀ। ਹਾਂ। ਕਰ ਅਜ਼ਮਤ ਜੁਤ ਦੀਨ ਬਿਦਾਈ, ਕਰਾਮਾਤਾਂ ਵਾਲਾ ਬਣਾ ਦਿੱਤਾ ਜੀ। ਹੁਣ ਜੋ ਖੇਡਾ ਆਖੂ ਉਹ ਕੰਮ ਹੋ ਜਾਊ ਜੀ। ਮੇਰੀ ਫਿਰ ਬੇਨਤੀ 'ਚ ਪਿਆਰਿਓ, ਕਈ ਵਾਰੀ ਕਿਸੇ ਦੂਜੀ ਲਾਈਨ ਵਿੱਚ ਬੰਦਾ ਬੜੀ ਭਗਤੀ ਕਰਦਾ, ਉਹਦੀ ਉਹ ਭਗਤੀ ਸਫਲ ਹੁੰਦੀ, ਬੰਦਾ ਇਸ ਲਾਈਨ ਵਿੱਚ ਆ ਜਾਂਦਾ ਜੀ। ਕਈ ਦੇਵੀ ਦੇ ਭਗਤ ਨੇ ਜਿਹੜੇ ਬੜੀ ਭਗਤੀ ਕਰਦੇ ਸਨ, ਉਹ ਸਮੇਂ ਨਾਲ ਇਸ ਲਾਈਨ ਵਿੱਚ ਆ ਗਏ ਜੀ। ਤੇ ਦਾਸ ਸਾਹਿਬ ਜੀ ਨੂੰ ਆਪਣੇ ਬਾਰੇ ਬੇਨਤੀ ਕਰੇ, ਹਰ ਰੋਜ਼ ਮੇਰਾ ਆਪਣਾ ਸ਼ਾਮ ਦਾ ਨੇਮ ਹੁੰਦਾ ਸੀਗਾ, ਜਿਵੇਂ ਆ ਬੱਚੇ ਗੁਰਦੁਆਰੇ ਆਉਂਦੇ ਆ ਨਾ ਜੀ, ਮੈਂ ਆਪ 3-4 ਮੰਦਿਰ ਪੱਕੇ ਹੀ ਰੱਖੇ ਹੁੰਦੇ ਸੀਗੇ ਵੀ ਜਿੱਥੇ ਜਾਣਾ ਹੀ ਜਾਣਾ ਜੀ। ਪਰਿਵਾਰ ਹਿੰਦੂ ਜੀ, ਉਹ ਆਰਤੀਆਂ ਦਾ ਵੱਖ-ਵੱਖ ਟਾਈਮ ਹੁੰਦਾ ਸੀਗਾ ਜੀ, ਤੇ ਉਸ ਮੰਦਿਰ ਜਾ ਕੇ ਆਰਤੀ ਸੁਣਨੀ, ਫਿਰ ਉਸ ਮੰਦਿਰ ਜਾ ਕੇ ਆਰਤੀ ਸੁਣਨੀ। ਤੇ ਆ ਜਿਹੜਾ ਵੱਡਾ ਮੰਦਿਰ ਹੈ ਜੀ, ਗੋਪਾਲ ਮੰਦਿਰ, ਇੱਥੇ ਮੇਰੀ ਡਿਊਟੀ ਹੁੰਦੀ ਸੀ ਜੀ। ਉਹਨਾਂ ਨੇ ਪਿੱਤਲ ਦਾ ਸ਼ੇਰ ਬਣਾਇਆ ਜੀ, ਤੋ ਸ਼ੇਰ ਦਾ ਜਿਹੜਾ ਥੜਾ ਹੈ ਨਾ, ਉਸ ਥੜੇ ਤੇ ਖਲੋ ਕੇ ਆਰਤੀ 'ਚ ਮੇਰੀ ਟੱਲ ਖੜਕਾਉਣ ਦੀ ਡਿਊਟੀ ਸੀ ਪੱਕੀ ਜੀ। ਹਾਂਜੀ। ਉਹ ਮਹਾਰਾਜ ਨੇ ਮਿਹਰ ਕੀਤੀ, ਆਪਣੇ ਚਰਨਾਂ 'ਚ ਲੈ ਆਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਕੋਈ ਨਹੀਂ ਪਤਾ, ਹੋ ਸਕਦਾ ਤੁਹਾਡੇ ਸੰਗਤ ਵਿੱਚੋਂ ਬੜੇ ਪ੍ਰੇਮੀ ਐਸੇ ਹੋਣ ਜੀ। ਮਹਾਰਾਜ ਨੇ ਮਿਹਰ ਕੀਤੀ, ਮਹਾਰਾਜ ਨੇ ਬ੍ਰਹਮ ਗਿਆਨੀ ਬਣਾਇਆ, ਕਰਾਮਾਤਾਂ ਵਾਲਾ ਬਣਾ ਦਿੱਤਾ ਖੇਡੇ ਨੂੰ ਜੀ। ਹਾਂਜੀ। ਰਾਮ ਨਾਮ ਕੀ ਉਰ ਲਿਵ ਲਾਈ, ਹਿਰਦੇ ਵਿੱਚ ਰਾਮ ਨਾਮ ਦੀ ਲਿਵ ਲਾ ਦਿੱਤੀ ਜੀ ਮਹਾਰਾਜ ਨੇ ਜੀ। ਹਾਂਜੀ। ਭੁਗਤ ਮੁਕਤਲੇ ਘਰ ਕੋ ਗਇਓ, ਭੁਗਤੀਆਂ ਮੁਕਤੀਆਂ ਲੈ ਕੇ ਉਹ ਆਪਣੇ ਘਰ ਗਿਆ ਜੀ ਵਾਪਸ। ਹਾਂਜੀ। ਨਰ ਅਨੇਕ ਕੋ ਸੰਕਟ ਹਇਓ, ਲਓ ਜੀ, ਜਿਹੜਾ ਜਿਹੜਾ ਖੇਡੇ ਨੂੰ ਮਿਲਿਆ ਉਹਦੇ ਵੀ ਸੰਕਟ ਦੂਰ ਹੁੰਦੇ ਗਏ ਜੀ। ਗੱਜ ਕੇ ਆਖੋ ਬਖਸ਼ਿਸ਼ ਕਰਤੀ ਮਹਾਰਾਜ ਗੁਰੂ ਅਮਰਦਾਸ ਜੀ ਨੇ। ਪ੍ਰੇਮ ਨਾਲ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਜਿਨ ਜਿਨ ਸੰਗਤ ਤਿਸ ਕੀ ਕੀਨ, ਜਿਨੇ ਜਿਨੇ ਭਾਈ ਖੇਡੇ ਦੀ ਸੰਗਤ ਕੀਤੀ, ਤਿਨਹੁ ਨਹੀਂ ਜਮ ਕੋ ਦੁਖ ਲੀਨ। ਲਓ ਛੋਟੇ ਮੋਟੇ ਤੇ ਦੁੱਖ ਛੱਡੋ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਭਾਈ ਖੇਡੇ ਦੀ ਸੰਗਤ ਕਰਨ ਵਾਲੇ ਨੂੰ ਜਮਾਂ ਦਾ ਦੁੱਖ ਨਹੀਂ ਆਇਆ ਜੀ, ਜਮਾਂ ਨਾਲ ਨਹੀਂ ਮਿਲਣਾ ਪਿਆ ਜੀ। ਮਹਾਰਾਜ ਨੇ ਮਿਹਰ ਕਰਤੀ ਜੀ। ਸਤਿਗੁਰ ਕੀ ਸਿੱਖੀ ਬਿਰਧਾਈ, ਇਸ ਤਰੀਕੇ ਨਾਲ ਭਾਈ ਖੇਡੇ ਨੇ ਗੁਰੂ ਦੀ ਸਿੱਖੀ ਦਾ ਪ੍ਰਚਾਰ ਕੀਤਾ ਤੇ ਗੁਰੂ ਦੀ ਸਿੱਖੀ ਨੂੰ ਵਧਾਇਆ ਜੀ। ਫਿਰ ਦਰਸ਼ਨ ਪਰਸਹਿ ਕਬ ਕਬ ਆਈ, ਕਦੀ ਕਦੀ ਆ ਕੇ ਭਾਈ ਖੇਡਾ ਜੀ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਜੀ। ਹਾਂਜੀ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ, ਵਾਹ ਵਾਹ, ਗੱਜ ਕੇ ਆਖੋ ਐ ਗੱਜ ਕੇ। ਬਸ ਆ ਪੰਕਤੀ ਸੁਣਨ ਵਾਲੀ ਚ ਇੱਕ ਭਾਈ ਸੰਤੋਖ ਸਿੰਘ ਜੀ ਕਹਿੰਦੇ, ਪਿਆਰਿਓ ਜਿਸ ਉੱਤੇ
ਸਤਿਗੁਰੂ ਜੀ ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦੇ ਹਨ। ਨਿਜ ਕੁਟੰਬ ਜੁਤ ਭੌਜਲ ਤਰੈ। ਉਹ ਮਨੁੱਖ ਆਪ ਵੀ ਤਰਦਾ ਹੈ ਤੇ ਉਹਦੇ ਸੰਗੀ ਸਾਥੀ, ਉਹਦੇ ਰਿਸ਼ਤੇਦਾਰ, ਉਹਦਾ ਪਰਿਵਾਰ ਸਾਰੇ ਹੀ ਤਰ ਜਾਂਦੇ ਹੈ ਜੀ, ਜਿਸ ਉੱਤੇ ਸਤਿਗੁਰੂ ਮਿਹਰ ਦੀ ਦ੍ਰਿਸ਼ਟੀ ਕਰਦੇ ਹੈ। ਤੇ ਕੀ ਆਪਾਂ ਮੰਗਣਾ? ਆਪਾਂ ਗੁਰੂ ਸਾਹਿਬ ਕੋਲੋਂ ਸਤਿਗੁਰੂ ਜੀ ਦੀ ਮਿਹਰ ਦੀ ਦ੍ਰਿਸ਼ਟੀ ਮੰਗਣੀ ਹੈ। ਮਹਾਰਾਜ ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਕਰੋ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ। ਇੱਕ ਹੁੰਦਾ ਇੰਜ ਵੇਖਣਾ, ਇੱਕ ਦੂਜੇ ਨੂੰ ਅਸੀਂ ਸਾਰੇ ਵੇਖਦੇ ਹਾਂ। ਗੁਰੂ ਸਾਹਿਬ ਵੀ ਹਜ਼ਾਰਾਂ ਨੂੰ ਵੇਖਦੇ ਆ, ਪਰ ਪਿਆਰਿਓ ਜਦੋਂ ਮਹਾਰਾਜ ਇਰਾਦਾ ਬਣਾ ਕੇ ਕਿਸੇ ਵੱਲ ਵੇਖਦੇ ਆ ਨਾ, ਉਹਨੂੰ ਕਹਿੰਦੇ ਚ ਮਿਹਰ ਦੀ ਦ੍ਰਿਸ਼ਟੀ। ਉਸ ਮਿਹਰ ਦੀ ਦ੍ਰਿਸ਼ਟੀ ਵਿੱਚ ਇੰਨੀ ਜ਼ਿਆਦਾ ਤਾਕਤ ਹੈ। ਕਵੀ ਸੰਤੋਖ ਸਿੰਘ ਕਹਿੰਦੇ ਜਿਹਦੇ ਤੇ ਗੁਰੂ ਜੀ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰ ਦੇਣ, ਉਹ ਮਨੁੱਖ ਆਪ ਤਰਦਾ, ਉਹਦੇ ਪਿੱਛੇ ਲੱਗੇ ਵੀ ਤਰ ਜਾਂਦੇ ਹੈ ਜੀ। ਮਹਾਰਾਜ ਨੂੰ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਕਰੋ, ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਕਰੋ, ਸਾਡੇ ਵੱਲ ਵੇਖੋ ਮਹਾਰਾਜ। ਕਿਉਂ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗੁਰੂ ਜੀ ਤੇ ਮਾੜਾ ਜਿਹਾ ਟੇਢਾ ਵੀ ਕਿਸੇ ਵੱਲ ਵੇਖ ਲੈਣ ਨਾ, ਉਹਦੇ ਵੀ ਦੁੱਖ ਕੱਟੇ ਜਾਂਦੇ ਜੀ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰੇ। ਦੁੱਖ ਦੂਰ ਹੋ ਜਾਂਦੇ ਜੀ। ਸੋ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਨਾਲ ਵੇਖੋ। ਖੇਡੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਜੀ, ਮੱਥੋਂ ਮੁਰਾਰੀ ਜੀ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਿਆ, ਤੇ ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਵਿੱਚ ਹੀ ਸਭ ਕੁਝ ਹੈ। ਇੱਕ ਮਹਾਂਪੁਰਖ ਬੈਠੇ, ਸੇਵਕ ਆਇਆ, ਪੜ੍ਹਿਆ ਲਿਖਿਆ ਵਿਦਵਾਨ, ਕਹਿੰਦਾ ਮਹਾਂਪੁਰਖੋ ਗੁਰਬਾਣੀ ਦੇ ਵਿੱਚ ਭਗਤੀ ਨੂੰ ਬੜਾ ਵੱਡਾ ਕਿਹਾ ਗਿਆ, ਪਰ ਗੁਰਬਾਣੀ 'ਚ ਬੰਦੇ ਦੇ ਕਰਮਾਂ ਨੂੰ ਵੀ ਬੜਾ ਵੱਡਾ ਕਿਹਾ ਗਿਆ। ਆਪ ਜੀ ਦੱਸੋ ਭਗਤੀ ਵੱਡੀ ਹੈ ਜਾਂ ਕਰਮ ਵੱਡੇ ਹੈ? ਮਹਾਂਪੁਰਖ ਕਹਿੰਦੇ ਪਿਆਰਿਆ, ਨਾ ਭਗਤੀ ਵੱਡੀ ਨਾ ਕਰਮ ਵੱਡੇ। ਕਹਿੰਦਾ ਜੀ ਇਹ ਤੇ ਗੁਰੂ ਦੀ ਬਾਣੀ ਅਨੁਸਾਰ ਨਹੀਂ ਹੈਗਾ। ਕਹਿੰਦੇ ਨਹੀਂ, ਗੁਰੂ ਦੀ ਬਾਣੀ ਅਨੁਸਾਰ ਕਹਿ ਰਹੇ ਹਾਂ, ਭਗਤੀ ਵੀ ਬੰਦੇ ਦੀ ਛੋਟੀ ਰਹਿ ਜਾਂਦੀ ਜੇ, ਕਰਮ ਵੀ ਬੰਦੇ ਦੇ ਛੋਟੇ ਰਹਿ ਜਾਂਦੇ ਜੇ। ਉਹ ਕਹਿੰਦੇ ਨਾ ਭਗਤੀ ਵੱਡੀ ਨਾ ਕਰਮ ਵੱਡੇ, ਸਭ ਤੋਂ ਵੱਡੀ ਸਤਿਗੁਰੂ ਜੀ ਦੀ ਮਿਹਰ ਹੈ। ਭਗਤੀ ਕਿਸੇ ਨੂੰ ਜਿੱਤਣ ਵਾਸਤੇ ਨਹੀਂ ਕਰਨੀ, ਭਗਤੀ ਗੁਰੂ ਦੀ ਮਿਹਰ ਪ੍ਰਾਪਤ ਕਰਨ ਵਾਸਤੇ ਕਰਨੀ ਹੈ। ਗੁਰੂ ਘਰ ਗੁਰੂ ਜੀ ਦੀ ਮਿਹਰ ਪ੍ਰਾਪਤ ਕਰਨ ਵਾਸਤੇ ਆਉਣਾ ਹੈ। ਕੋਈ ਬੰਦਾ ਰੁੱਖ ਤੇ ਚੜ੍ਹਨਾ ਚਾਹੁੰਦਾ ਹੈ, ਬੜੇ ਧਿਆਨ ਨਾਲ ਸੁਣਿਓ, ਬੜਾ ਤਾਕਤਵਰ ਹੈ, ਉਹਦੇ ਹੱਥ ਪੈਰ ਬੜੇ ਜ਼ੋਰ ਵਾਲੇ ਹੈ, ਰੁੱਖ ਤੇ ਚੜ੍ਹਨਾ ਚਾਹੁੰਦਾ ਹੈ, ਪਰ ਪਿਆਰਿਓ ਰੁੱਖ ਤੇ ਉਹ ਤਾਂ ਚੜ੍ਹ ਸਕਦਾ ਹੈ ਜੇ ਰੁੱਖ ਦੀਆਂ ਟਾਹਣੀਆਂ ਉਹਦਾ ਸਾਥ ਦੇਣਗੀਆਂ। ਹੁਣ ਰੁੱਖ ਦੀ ਟਾਹਣੀ ਤੇ ਰੱਖੇ ਪੈਰ ਤੇ ਟਾਹਣੀ ਹੋਵੇ ਕਮਜ਼ੋਰ ਤੇ ਉਹ ਡਿੱਗ ਜਾਏਗਾ ਥੱਲੇ ਜੀ। ਜੇ ਟਾਹਣੀਆਂ ਉਹਦੀ ਸਹਾਇਤਾ ਨਾ ਕਰਨ, ਬੰਦਾ ਰੁੱਖ ਤੇ ਨਹੀਂ ਚੜ੍ਹ ਸਕਦਾ। ਇਸੇ ਤਰ੍ਹਾਂ ਗੁਰੂ ਆਪ ਹੀ ਬੰਦੇ ਦੀ ਸਹਾਇਤਾ ਕਰੇ ਤੇ ਬੰਦਾ ਭਗਤੀ ਵੀ ਕਰ ਸਕਦਾ, ਨਹੀਂ ਤੇ ਨਹੀਂ ਕਰ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਆਪ ਹੀ ਸਹਾਇਤਾ ਕਰਦੇ, ਮਿਹਰ ਕਰਦੇ, ਕਿਰਪਾ ਕਰਦੇ ਜੀ। ਰੁੱਖ ਤੇ ਚੜ੍ਹਨਾ ਹੈ ਨਾ, ਰੁੱਖ ਹੀ ਉਹਦੀ ਸਹਾਇਤਾ ਕਰ ਰਿਹਾ ਹੈ ਜੀ। ਰੁੱਖ ਨਾ ਸਹਾਇਤਾ ਕਰੇ ਉਹ ਨਹੀਂ ਚੜ੍ਹ ਸਕਦਾ ਜੀ। ਬਸ ਇਸੇ ਤਰ੍ਹਾਂ ਹੀ ਸਾਡਾ ਅਧਿਆਤਮਕ ਜੀਵਨ ਹੈ। ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹੋ, ਭਗਤੀ ਕਰਨੀ ਚਾਹੁੰਦੇ ਹੋ, ਇਹ ਸਾਰਾ ਕੁਝ ਤਾਂ ਹੀ ਹੋਣਾ ਜਦੋਂ ਗੁਰੂ ਜੀ ਆਪ ਹੀ ਕਿਰਪਾ ਕਰਨਗੇ। ਆਪਣੇ ਜ਼ੋਰ ਲਾ ਲਾ ਕੇ ਬੜੇ ਬੰਦਿਆਂ ਨੇ ਵੇਖ ਲਿਆ,
ਆਪਣੇ ਜ਼ੋਰ ਲਾਇਆ ਗੱਲ ਨਹੀਂ ਜੇ ਬਣਦੀ। ਇਸੇ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਅੰਤਮ ਸਮੇਂ ਸਿੱਖਾਂ ਨੂੰ ਕਿਹਾ ਸੀ, ਸਿੱਖੋ ਜਪ ਕਰੋ, ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਸਭ ਕੁਝ ਕਰੋ, ਪਰ ਚੇਤਾ ਰੱਖਿਓ ਆਸਰਾ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦਾ ਰੱਖਣਾ ਹੈ। ਕਿਉਂ? ਇੱਥੇ ਦਾਤਾਂ ਮਿਹਨਤਾਂ ਦੇ ਨਾਲ ਨਹੀਂ ਜੇ ਮਿਲਦੀਆਂ, ਇੱਥੇ ਦਾਤਾਂ ਗੁਰੂ ਦੀਆਂ ਮਿਹਰਾਂ ਨਾਲ ਪ੍ਰਾਪਤ ਹੁੰਦੀਆਂ। ਉਹ ਦਾਤ ਹੀ ਕਿਹੜੀ ਹੈ? ਜਿਹੜੀ ਆਪਣੇ ਕੋਲੋਂ ਬੰਦਾ ਪ੍ਰਾਪਤ ਕਰ ਲੇ। ਏਕ ਨੇ ਹੀ ਦਾਤ ਆਪਸ ਤੇਜੋ ਪਾਈ ਹੈ। ਨਹੀਂ, ਇੱਥੇ ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੈ। ਜਦੋਂ ਸਾਹਿਬ ਤੁੱਠ ਜਾਂਦਾ ਹੈ, ਗੁਰੂ ਕਿਸੇ ਤੇ ਖੁਸ਼ ਹੋ ਜਾਂਦਾ ਹੈ ਜੀ। ਸੋ ਅਰਦਾਸ ਕਰਿਆ ਕਰੋ, ਸਤਿਗੁਰੂ ਸਾਡੇ ਤੇ ਖੁਸ਼ ਹੋਵੋ, ਮਹਾਰਾਜ ਸਾਡੇ ਤੇ ਮਿਹਰਾਂ ਕਰੋ, ਸਾਡੇ ਤੇ ਕਿਰਪਾ ਕਰੋ। ਕਿਰਪਾ ਦੇ ਭੁੱਖੇ ਰਹਿਣਾ ਚਾਹੀਦਾ, ਮਿਹਰ ਦੇ ਭੁੱਖੇ ਰਹਿਣਾ ਚਾਹੀਦਾ। ਜਿਸ ਦਿਨ ਨਾਨਕ ਪ੍ਰਕਾਸ਼ ਗ੍ਰੰਥ ਦੀ ਆਰੰਭਤਾ ਹੋਈ ਸੀਗੀ, ਅਗਲੇ ਦਿਨ ਗੁਰੂ ਅਮਰਦਾਸ ਜੀ ਦੀ ਕਥਾ ਆਈ ਸੀਗੀ ਜੀ। ਸਵਈਆ ਆਇਆ ਸੀਗਾ ਇੱਕ, ਉਹਦੇ ਵਿੱਚ ਕਵੀ ਸੰਤੋਖ ਸਿੰਘ ਜੀ ਕੀ ਲਿਖਦੇ ਹੈ? ਇਹੋ ਹੀ ਲਿਖਦੇ ਹੈ, ਹੇ ਗੁਰੂ ਅਮਰਦਾਸ ਸਾਹਿਬ, ਜਿਸ ਉੱਤੇ ਤੁਹਾਡੀ ਮਿਹਰ ਹੋ ਜਾਵੇ, ਸੱਚੇ ਪਾਤਸ਼ਾਹ ਤੁਸੀਂ ਇੱਕ ਭਿਖਾਰੀ ਨੂੰ ਪਾਤਸ਼ਾਹ ਬਣਾ ਦਿੰਦੇ ਹੋ। ਕੱਲ ਕੀ ਸੀਗਾ ਪ੍ਰਸੰਗ? ਉਹ ਮਿਹਰ ਹੀ ਸੀਗੀ। ਨਾ ਹੱਥ ਹੈ, ਨਾ ਪੈਰ ਹੈ, ਕੋੜ ਹੈਗਾ, ਮੱਖੀਆਂ ਸਰੀਰ ਤੇ ਤੁਰੀਆਂ ਫਿਰਦੀਆਂ, ਖਾਣ ਨੂੰ ਕੁਝ ਨਹੀਂ ਹੈ, ਵੇਖਦਾ ਕੋਈ ਨਹੀਂ ਹੈ। ਗੁਰੂ ਜੀ ਦੀ ਮਿਹਰ ਹੋ ਗਈ, ਇੱਕ ਸਕਿੰਟ ਲੱਗਾ, ਚੜ੍ਹਦੀ ਕਲਾ ਕਰ ਦਿੱਤੀ ਜੀ। ਇਹ ਦਰ ਐਸਾ ਹੈ, ਇੱਥੇ ਕਮਲਿਆਂ ਤੇ ਵੀ ਮਿਹਰਾਂ ਹੋ ਜਾਂਦੀਆਂ ਨੇ, ਇੱਥੇ ਗਰੀਬਾਂ ਤੇ ਵੀ ਮਿਹਰਾਂ ਹੋ ਜਾਂਦੀਆਂ ਨੇ। ਬੰਦਾ ਮਿਹਰ ਮੰਗੇ ਤੇ ਸਹੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹਦੇ ਤੋਂ ਅੱਗੇ ਸਾਖੀ ਕੱਲ ਨੂੰ ਆਪਾਂ ਸਰਵਣ ਕਰਾਂਗੇ। ਆਓ ਗੁਰੂ ਸਾਹਿਬ ਕੋਲੋਂ ਮਿਹਰ ਮੰਗੀਏ। ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਪਿਆਰ ਨਾਲ ਪੰਗਤੀ ਪੜੋ, ਫਿਰ ਦਾਸ ਖਿਮਾ ਮੰਗੇਗਾ। ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਾਂ ਮਿਹਰ ਮੰਗਣੀ ਗੁਰੂ ਸਾਹਿਬ ਕੋਲੋਂ, ਤੇ ਕੋਈ ਰਸਨਾ ਵਾਂਝੀ ਨਾ ਰਹੇ। ਜਿਹੜਾ ਮਿਹਰ ਮੰਗੇਗਾ ਉਹਨੂੰ ਮਿਲੇਗੀ ਵੀ। ਆਪਣੀ ਮਿਹਰ ਕਰ, 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 ਗੱਜ ਕੇ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਆਪਣੀ
ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਜਿਹੜਾ ਮੰਗੇਗਾ ਹੀ ਨਹੀਂ ਜੀ, ਉਹਦੇ ਤੇ ਕਿਵੇਂ ਹੋਏਗੀ ਜੀ। ਉਹ ਕੱਲ ਤੁਸੀਂ ਸੁਣਿਆ ਸੀ ਨਾ, ਉਹ ਕਿਵੇਂ ਤਰਲੇ ਲੈਂਦਾ ਸੀਗਾ, ਮਹਾਰਾਜ ਮੇਰੇ ਤੇ ਮਿਹਰ ਕਰੋ, ਕਿਰਪਾ ਕਰੋ, ਕਿਰਪਾ ਕਰੋ, ਮਿਹਰ ਕਰੋ। ਤੇ ਗੁਰਮੁਖ ਮਹਾਂਪੁਰਖ ਕਹਿੰਦੇ ਨਹੀਂ ਵੀ ਸਿਮਰਨ ਹੁੰਦਾ ਨਾ, ਦਿਨ ਰਾਤ ਅਰਦਾਸਾਂ ਕਰਿਆ ਕਰ, ਮਹਾਰਾਜ ਮੇਰੇ ਤੇ ਮਿਹਰ ਕਰ ਦਿਓ, ਮਹਾਰਾਜ ਸਿਮਰਨ ਦੀ ਦਾਤ ਦੇ ਦੇਣਗੇ। ਤੇ ਜਿੰਨੇ ਮਿਹਰ ਮੰਗਣੀ ਨਹੀਂ ਜੀ, ਤੇ ਉਹਨੂੰ ਕੀ ਮਿਲਣਾ? ਜਿਹੜਾ ਦੰਦ ਨਾਲ ਦੰਦ ਜੋੜ ਕੇ ਬੈਠਾ ਜੀ, ਹਾਂਜੀ ਮੈਂ ਨਹੀਂ ਬੋਲਣਾ, ਉਹ ਫਿਰ ਮਿਹਰ ਦੀ ਆਸ ਨਾ ਰੱਖੇ ਜੀ। ਅਰਦਾਸ ਕਰੋ ਮਹਾਰਾਜ ਦੇ ਚਰਨਾਂ 'ਚ, ਬਸ ਇੱਕ ਵਾਰੀ ਬੋਲ ਕੇ ਫਿਰ ਖਿਮਾ ਮੰਗ ਲਈਏ। ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਆਪਣੀ ਮਿਹਰ ਕਰ। ਮਹਾਰਾਜ ਕਿਰਪਾ ਕਰਨ ਸਾਡੀ ਇਹ ਅਰਦਾਸ ਸੁਣ ਲੈਣ ਜੀ। ਹਾਂਜੀ ਮਹਾਰਾਜ ਸੁਣ ਲੋ, ਸਾਡੇ ਗਰੀਬਾਂ ਤੇ ਮਿਹਰ ਕਰ ਦਿਓ। ਸਭੇ ਜੀ ਸਮਾਲ ਆਪਣੀ ਮਿਹਰ ਕਰ। ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।